ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਣਜੀਤ ਸਿੰਘ ਸਿੱਧੂ ਵੱਲੋਂ ਸਤਿ ਸ਼੍ਰੀ ਅਕਾਲ। ਦਾ ਰਣਜੀਤ ਸਿੱਧੂ ਸ਼ੋਅ ਵਿੱਚ ਇੱਕ ਵਾਰ ਫਿਰ ਆਪ ਸਭ ਨੂੰ ਜੀ ਆਇਆਂ ਨੂੰ। ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਾਂਗੇ ਡੈਨ ਸਿੱਧੂ ਜੀ ਨਾਲ। ਡੈਨ ਸਿੱਧੂ ਜੀ ਜੋ ਕਿ ਕੈਲਗਰੀ ਸ਼ਹਿਰ ਦੇ ਪ੍ਰਸਿੱਧ ਰੀਅਲਟਰ ਨੇ, ਸੋਸ਼ਲ ਵਰਕਰ ਨੇ ਅਤੇ ਰੇਡੀਓ ਪਰਸਨੈਲਿਟੀ ਵੀ ਨੇ ਜੀ। ਅੱਜ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਰੀਅਲ ਸਟੇਟ ਬਾਰੇ ਅਸੀਂ ਕਰਾਂਗੇ ਜੀ। ਅਤੇ ਸਿੱਧੂ ਸਾਹਿਬ ਪ੍ਰੋਗਰਾਮ ਦੇ ਵਿੱਚ ਆਪ ਨੂੰ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਜੀ ਜੀ ਬਹੁਤ ਬਹੁਤ ਧੰਨਵਾਦ ਜੀ। ਅਤੇ ਪੰਜਾਬੀ ਨੈਸ਼ਨਲ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਿੱਧੂ ਸਾਹਿਬ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਰੀਅਲ ਸਟੇਟ ਦੇ ਕੰਮ ਕਰ ਰਹੇ ਹੋ ਜੀ ਕੈਲਗਰੀ ਸ਼ਹਿਰ ਦੇ ਵਿੱਚ। ਵੈਸੇ ਤਾਂ ਤੁਸੀਂ ਸੋਸ਼ਲ ਕੰਮ ਵੀ ਬਹੁਤ ਕਰਦੇ ਹੋ, ਖਾਸ ਤੌਰ 'ਤੇ ਪੋਲੀਟੀਕਲੀ ਵੀ ਐਕਟਿਵ ਰਹੇ ਹੋ ਅਤੇ ਹੁਣ ਜਿਹੜਾ ਜੀ ਲੰਬੇ ਸਮੇਂ ਤੋਂ ਰੇਡੀਓ ਹੋਸਟ ਦੇ ਤੌਰ 'ਤੇ ਵੀ ਸੇਵਾਵਾਂ ਨਿਭਾਈਆਂ ਨੇ। ਪਰ ਅੱਜ ਜਿਹੜੀ ਗੱਲਬਾਤ ਹੈ ਜੀ, ਆਪਾਂ ਤੁਹਾਡਾ ਜਿਹੜਾ ਰੀਅਲ ਸਟੇਟ ਖੇਤਰ ਹੈ ਜੀ ਉਹਦੇ ਬਾਰੇ ਤੁਹਾਡੇ ਤੋਂ ਅੱਜ ਜਾਣਕਾਰੀ ਲੈਣ ਦੀ ਸਾਡੀ ਕੋਸ਼ਿਸ਼ ਰਹੇਗੀ ਜੀ। ਜੀ ਬਿਲਕੁਲ ਜੀ। ਕਾਫੀ ਲੰਬਾ ਟਾਈਮ 25 ਸਾਲ ਦਾ ਕਾਫੀ ਲੰਬਾ ਵਕਤ ਹੈ ਰੀਅਲ ਸਟੇਟ ਦਾ। 25 ਸਾਲ ਦਾ ਮੈਨੂੰ ਪਿਛਲੇ 2 ਮਹੀਨੇ ਪਹਿਲਾਂ ਲੌਂਗ ਸਰਵਿੰਗ ਅਵਾਰਡ ਜਿਹੜਾ ਦਿੱਤਾ ਗਿਆ ਕੈਲਗਰੀ ਰੀਅਲ ਸਟੇਟ ਬੋਰਡ ਵੱਲੋਂ। ਅੱਛਾ ਜੀ। ਇਟਸ ਬਿਨ ਲੌਂਗ ਟਾਈਮ। ਵਾਹ ਜੀ ਵਾਹ। ਸੋ 25 ਸਾਲ ਤੋਂ ਪਹਿਲਾਂ ਕੀ ਕੁਛ ਕੀਤਾ ਜੀ ਕੈਨੇਡਾ ਆ ਕੇ, ਤੇ ਫਿਰ ਰੀਅਲ ਸਟੇਟ ਵੱਲ ਜਾਂ ਰੀਅਲਟਰ ਬਣਨ ਦਾ ਖਿਆਲ ਕਿਵੇਂ ਆਇਆ ਜੀ? ਵੈਲ ਪਹਿਲਾਂ 25 ਸਾਲ ਰੀਅਲ ਸਟੇਟ ਤੋਂ ਪਹਿਲਾਂ ਜਿਵੇਂ ਆਪਾਂ ਸਾਰੇ ਸ਼ੁਰੂਆਤ ਕਰਦੇ ਹਾਂ, ਮੈਂ ਲੈਂਡ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਟੋਰਾਂਟੋ ਹੋਇਆ ਸੀ ਜੀ। 9 ਸਾਲ ਤਕਰੀਬਨ ਉੱਥੇ ਲਾਏ। ਟੋਰਾਂਟੋ ਇੰਟਰਨੈਸ਼ਨਲ ਪਹਿਲਾਂ ਫੈਕਟਰੀ ਜੋਬਾਂ ਕੀਤੀਆਂ 2-3, $5 ਦੀ ਜੋਬ ਸਟਾਰਟ ਕੀਤੀ ਸੀ ਪਰ ਆਵਰ। ਅਤੇ ਉਦੋਂ ਬਾਅਦ ਸਾਲ ਕੁ ਬਾਅਦ ਫਿਰ ਟੈਕਸੀ ਵਾਲੇ ਪਾਸੇ ਨੂੰ, ਜਿਵੇਂ ਆਪਣੇ ਪੰਜਾਬੀਆਂ ਦਾ ਸੁਭਾਅ ਹੁੰਦਾ ਵੀ ਕੁਛ ਇੰਡੀਪੈਂਡੈਂਟ ਜਾਂ ਕੰਮ ਕੀਤਾ ਜਾਵੇ, ਟਰੱਕਿੰਗ ਹੋਵੇ ਚਾਹੇ ਟੈਕਸੀ ਹੋਵੇ, ਟੈਕਸੀ ਵਾਲੇ ਪਾਸੇ ਨੂੰ ਹੈਗੇ। ਸੋ ਤਕਰੀਬਨ 7-8 ਸਾਲ ਟੋਰਾਂਟੋ ਇੰਟਰਨੈਸ਼ਨਲ ਏਅਰਪੋਰਟ 'ਤੇ ਟੈਕਸੀ ਚਲਾਈ। ਅੱਛਾ ਜੀ। ਉਦੋਂ ਬਾਅਦ ਫਿਰ ਅਚਾਨਕ ਇਹ ਸੀ ਕਿ ਯਾਰ ਕੁਛ ਨਾ ਕੁਛ ਹੋਰ ਕੀਤਾ ਜਾਵੇ। ਪਰ ਟੋਰਾਂਟੋ ਜਿਹੜਾ ਹੈਗਾ ਸ਼ਹਿਰ ਇੰਨਾ ਮਹਿੰਗਾ ਸੀ ਕਿ ਉੱਥੇ ਜੇ ਤੁਸੀਂ ਰੀਅਲ ਸਟੇਟ ਦਾ ਕੋਰਸ ਵੀ ਕਰਨਾ ਸੀਗਾ ਤਾਂ ਕਲਾਸਿਸ ਅਟੈਂਡ ਕਰਨੀਆਂ ਅਤੇ ਫਿਰ ਕੰਮ ਛੱਡਣਾ, ਉਹ ਪੋਸੀਬਲ ਨਹੀਂ ਸੀ ਲੱਗਦਾ ਮੈਨੂੰ। ਸੋ ਇਸ ਕਰਕੇ 93 ਦੇ ਵਿੱਚ ਕੈਲਗਰੀ ਮੂਵ ਹੋ ਗਏ। ਅੱਛਾ ਜੀ। 93 ਦੇ ਵਿੱਚ? ਹਾਂਜੀ। ਸੋ ਇੱਥੇ ਆ ਕੇ ਵੀ ਜਿਹੜਾ ਪਹਿਲਾਂ ਸ਼ੁਰੂਆਤ ਦੇ ਵਿੱਚ 1 ਸਾਲ ਟੈਕਸੀ ਚਲਾਈ ਅਤੇ ਨਾਲ ਰੀਅਲ ਸਟੇਟ ਦਾ ਲਾਇਸੈਂਸ ਲੈ ਲਿਆ। ਅੱਛਾ ਜੀ। ਅਤੇ ਫਿਰ ਉਦੋਂ ਬਾਅਦ ਰੀਅਲ ਸਟੇਟ ਸ਼ੁਰੂ ਕਰ ਲਈ। ਠੀਕ ਹੈ ਜੀ। ਸੋ ਲੰਬਾ ਸਮਾਂ ਹੋ ਗਿਆ ਜੀ ਰੀਅਲ ਸਟੇਟ ਦੇ ਵਿੱਚ। ਬਹੁਤ ਸਾਰੇ ਘਰ ਜਿਹੜੇ ਨੇ ਤੁਸੀਂ ਲੋਕਾਂ ਨੂੰ ਸੁਪਨਿਆਂ ਦੇ ਘਰ ਉਹਨਾਂ ਦੇ ਲੈ ਕੇ ਦਿੱਤੇ ਹੋਣਗੇ, ਕਈਆਂ ਕਸਟਮਰ ਦੇ ਘਰ ਵਿਕਾਏ ਹੋਣਗੇ ਜੀ। ਸੋ ਵੱਖਰੇ ਤਰ੍ਹਾਂ ਦਾ ਐਕਸਪੀਰੀਅੰਸ ਹੁਣ ਤੱਕ ਤੁਹਾਨੂੰ ਮਿਲਿਆ ਹੋਏਗਾ। ਸੋ ਜਿਹੜੇ ਸਾਡੇ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਨੇ, ਖਾਸ ਤੌਰ 'ਤੇ ਜਿਹੜੇ ਤੇ ਕਾਫੀ ਸਾਲ ਤੋਂ ਰਹਿ ਰਹੇ ਨੇ, ਉਹਨਾਂ ਨੂੰ ਤਾਂ ਕੋਈ ਨਾ ਕੋਈ ਐਕਸਪੀਰੀਅੰਸ ਹੋ ਜਾਂਦਾ ਹੈ। ਪਰ ਬਹੁਤ ਸਾਰੇ ਜਿਹੜੇ ਦਰਸ਼ਕ ਹੁੰਦੇ ਨੇ, ਨਵੇਂ ਇਮੀਗ੍ਰੈਂਟ ਹੁੰਦੇ ਨੇ ਜਾਂ ਵੈਸੇ ਹੀ ਜਿਹੜੇ ਬੱਚੇ ਨੇ ਵੱਡੇ ਹੁੰਦੇ ਨੇ, ਉਹਨਾਂ ਨੇ ਪਹਿਲੀ ਵਾਰ ਘਰ ਲੈਣਾ ਹੁੰਦਾ ਹੈ। ਅਤੇ ਅੱਜ ਕੁਝ ਗੱਲਾਂ ਬਾਤਾਂ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਦੋਂ ਕਿਸੇ ਨੇ ਘਰ ਖਰੀਦਣਾ ਹੁੰਦਾ ਹੈ ਜੀ ਤਾਂ ਕਿਹੜੀਆਂ ਗੱਲਾਂ ਦਾ ਜਿਹੜਾ ਜੀ ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ? ਬਿਲਕੁਲ ਜੀ। ਇਸ ਤੋਂ ਪਹਿਲਾਂ ਮੈਂ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਲੰਬਾ ਟਾਈਮ ਰੀਅਲ ਸਟੇਟ ਦੇ ਵਿੱਚ, ਰੀਅਲ ਸਟੇਟ ਪ੍ਰੋਫੈਸ਼ਨ ਦੇ ਵਿੱਚ ਜਦੋਂ ਮੈਂ ਸ਼ੁਰੂਆਤ ਕੀਤੀ ਐਜ਼ ਏ ਰੀਅਲਟਰ ਜੀ, ਉਦੋਂ ਬਾਅਦ ਫਿਰ ਮੈਂ ਆਪਣੀ ਬ੍ਰੋਕਰੇਜ ਰੀਮੈਕਸ ਦੀ ਓਨ ਕੀਤੀ ਅਤੇ 2010 ਦੇ ਵਿੱਚ ਫਿਰ ਮੇਰੀ ਆਪਣੀ ਹੁਣ ਬ੍ਰੋਕਰੇਜ ਆ। ਅਸੀਂ ਇਨ ਹਾਊਸ ਫਾਈਨੈਂਸਿੰਗ ਵੀ ਕਰਦੇ ਹਾਂ ਅਤੇ ਰੀਅਲ ਸਟੇਟ ਵੀ ਕਰਦੇ ਹਾਂ। ਮੈਂ ਖੁਦ ਬ੍ਰੋਕਰ ਹਾਂ ਜੀ। ਸੋ ਜਿੱਥੋਂ ਤੱਕ ਹੈਗਾ ਖਿਆਲ ਰੱਖਣ ਦਾ, 2 ਏਰੀਏ ਨੇ। ਇੱਕ ਤਾਂ ਹੈਗਾ ਕਿ ਜਦੋਂ ਤੁਸੀਂ ਘਰ ਵੇਚਣਾ, ਇੱਕ ਘਰ ਜਦੋਂ ਤੁਸੀਂ ਖਰੀਦਣਾ। 2 ਵੱਖਰੇ ਹੋ ਗਏ ਜੀ। ਹਾਂਜੀ। ਸੈਲਰ ਤੇ ਬਾਇਰ। ਠੀਕ ਹੈ। ਸੋ ਜਦੋਂ ਤੁਸੀਂ ਘਰ ਵੇਚਣਾ, ਸੈਲਰ ਲਈ ਉਹ ਬੜਾ ਸਟਰੈਸਫੁਲ ਟਾਈਮ ਹੁੰਦਾ, ਜਿਹਦੇ ਲਈ ਉਹਨੂੰ ਪ੍ਰੋਪਰ ਗਾਈਡ ਕਰਨਾ ਬਹੁਤ ਜ਼ਰੂਰੀ ਹੈ ਜੀ। ਖਾਸ ਕਰਕੇ ਅੱਜ ਕੱਲ੍ਹ, ਕਿਉਂਕਿ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਕਿ 25 ਸਾਲ ਪਹਿਲਾਂ ਨਾਲੋਂ ਅੱਜ ਰੀਅਲ ਸਟੇਟ ਟੋਟਲੀ ਚੇਂਜ ਹੋ ਚੁੱਕੀ ਹੈ। ਉਹ ਵਕਤ ਸੀਗਾ ਜਦੋਂ ਅਸੀਂ ਘਰ ਦੀ ਇੱਕ ਫੋਟੋ, ਉਹ ਵੀ ਰੀਅਲ ਸਟੇਟ ਬੋਰਡ ਵਾਲੇ ਖਿੱਚਦੇ ਹੁੰਦੇ ਸੀ। ਅੱਛਾ ਜੀ। ਅਤੇ ਅਸੀਂ ਖਾਸਾ ਵੱਡਾ ਸਾਰਾ ਫਾਰਮ ਭਰ ਕੇ ਰੀਅਲ ਸਟੇਟ ਬੋਰਡ ਨੂੰ ਦੇ ਕੇ ਆਉਂਦੇ ਸੀ। ਉਹ 'ਚ ਘਰ ਦੀ ਇਨਫੋਰਮੇਸ਼ਨ ਜਿੰਨੀ ਕੁ ਪਾ ਸਕਦੇ ਸੀਗੇ। 2-3 ਦਿਨਾਂ ਬਾਅਦ ਉਹ ਲਿਸਟਿੰਗ ਆਉਂਦੀ ਹੁੰਦੀ ਸੀ ਕੰਪਿਊਟਰ 'ਚ, ਉਹ ਆਪ ਹੀ ਇੱਕ ਫੋਟੋ ਖਿੱਚ ਕੇ ਪਾ ਦਿੰਦੇ ਸੀ ਜੀ। ਫਿਰ ਇੱਕ ਜਿਵੇਂ ਆਪਣੀ ਫੋਨ ਬੁੱਕਾਂ ਹੁੰਦੀਆਂ ਸੀ ਟੈਲਸ ਦੀਆਂ, ਐਡੀ ਸਾਰੀ ਬੁੱਕ ਛਪਦੀ ਹੁੰਦੀ ਸੀ। ਅੱਛਾ ਜੀ। ਘਰਾਂ ਦੀ ਵੀ ਕਿਹੜੇ ਘਰ ਕਿਹੜੇ ਏਰੀਏ 'ਚ ਲਿਸਟ ਕੀਤੇ ਹੋਏ ਆ, ਅਤੇ ਅਸੀਂ ਉੱਥੋਂ ਬੁੱਕ ਲੈ ਕੇ ਆਉਂਦੇ ਸੀ। ਉਹ 'ਚੋਂ ਦੇਖ ਕੇ ਅਸੀਂ ਘਰ ਦਿਖਾਉਂਦੇ ਸੀ। ਸੋ ਹੁਣ ਹਰ ਚੀਜ਼ ਤੁਹਾਡੇ ਹੱਥ 'ਚ ਆ ਜੀ।
ਜਿਹਦੇ ਕਰਕੇ ਕਾफ़ी ਚੀਜ਼ਾਂ ਚੇਂਜ ਹੋ ਚੁੱਕੀਆਂ ਤੇ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਸੈਲਰ ਨੂੰ ਪ੍ਰੋਪਰ ਗਾਈਡ ਕੀਤਾ ਜਾਵੇ, ਕਿਉਂਕਿ ਹੁਣ ਜਿਹੜਾ ਬਾਇਰ ਹੈ ਜੀ ਉਹ ਟੋਟਲੀ ਰੀਅਲਟਰ ਤੇ ਡਿਪੈਂਡੈਂਟ ਨਹੀਂ ਹੈਗਾ। ਉਹ ਪਹਿਲਾਂ ਆਨਲਾਈਨ ਸਰਚ ਕਰਦਾ ਜੀ, ਆਨਲਾਈਨ ਸਰਚ ਕਰਨ ਤੋਂ ਬਾਅਦ ਜਦੋਂ ਉਹਨੂੰ ਲੱਗਦਾ ਕਿ ਆਹ ਘਰ ਮੈਨੂੰ ਸੋਹਣਾ ਲੱਗਦਾ, ਮੈਨੂੰ ਇਹਦੀਆਂ ਫੋਟੋਆਂ ਸੋਹਣੀਆਂ ਲੱਗਦੀਆਂ ਨੇ, ਮੈਨੂੰ ਇਹਦੀ ਇਨਫੋਰਮੇਸ਼ਨ ਚੰਗੀ ਲੱਗਦੀ ਹੈ, ਫਿਰ ਉਹ ਆਪਣੇ ਰੀਅਲਟਰ ਨੂੰ ਫੋਨ ਕਰਕੇ ਉਹਦੇ ਲਈ ਅਪਾਇੰਟਮੈਂਟ ਸੈਟਅਪ ਕਰਦਾ। ਇਸ ਕਰਕੇ ਸੈਲਰ ਦਾ ਜਿਹੜਾ ਰੀਅਲਟਰ ਹੈ ਜਦੋਂ ਪ੍ਰਾਪਰਟੀ ਲਿਸਟ ਕਰਦਾ ਐਜ਼ ਏ ਸੈਲਿੰਗ ਏਜੰਟ ਉਹਦਾ, ਉਹ ਬਹੁਤ ਜ਼ਰੂਰੀ ਹੈ ਕਿ ਸੈਲਰ ਨੂੰ ਪ੍ਰੋਪਰ ਗਾਈਡ ਕੀਤਾ ਜਾਵੇ ਕਿ ਪ੍ਰਾਪਰਟੀ ਨੂੰ ਪ੍ਰਪੇਅਰ ਕਿਵੇਂ ਕਰਨਾ ਹੈ ਟੂ ਮੇਕ ਇਟ ਪ੍ਰੈਜ਼ੈਂਟੇਬਲ ਜੀ। ਸੋ ਇਹ ਬਹੁਤ ਜ਼ਰੂਰੀ ਹੈ। ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਨੇ, ਇੱਕ ਨਹੀਂ ਹੈਗੀਆਂ। ਠੀਕ ਹੈ ਜੀ। ਫੋਰ ਐਗਜ਼ਾਮਪਲ ਹੁਣ ਇੱਕ ਤਾਂ ਇਹ ਹੈ ਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਹੁਣ ਕਿਉਂਕਿ ਰੀਅਲ ਸਟੇਟ ਬੋਰਡ ਦੇ ਲਾਜ਼ ਬਹੁਤ ਚੇਂਜ ਹੋ ਗਏ ਜੀ, ਹੁਣ ਸਾਨੂੰ ਮੈਂਡੇਟਰੀ ਜਿਹੜਾ ਹੈਗਾ ਪ੍ਰਾਪਰਟੀ ਦੀ ਮੈਜਰਮੈਂਟ ਕਰਾਉਣੀ ਪੈਂਦੀ ਹੈ। ਅੱਛਾ ਜੀ। ਪ੍ਰੋਫੈਸ਼ਨਲ ਰੀਅਲ ਸਟੇਟ ਕੰਪਨੀ ਤੋਂ, ਕਿਉਂਕਿ ਮੈਜਰਮੈਂਟ ਦੇ ਕੇਸ ਬਹੁਤ ਹੋ ਗਏ ਸੀ। ਪਹਿਲਾਂ ਕਾਪੀ ਪੇਸਟ ਕੀਤਾ ਜਾਂਦਾ ਸੀਗਾ, ਜਿਹੜੀ ਪੁਰਾਣੀ ਸਕੁਅਰ ਫੁਟੇਜ ਹੈਗੀ ਆ ਉਹੀ ਚੱਕ ਕੇ ਪਾ ਦਿੱਤੀ ਜਾਂਦੀ ਸੀ, ਅੰਦਾਜ਼ਨ ਜਿਹਾ ਲਿਖ ਦਿੰਦੇ ਸੀ। ਨਹੀਂ, ਜੋ ਪਹਿਲਾਂ ਸੀਗਾ ਉਹ ਗਲਤ ਸੀਗੀ, ਠੀਕ ਸੀ, ਕਿਸੇ ਨੇ ਪਤਾ ਨਹੀਂ। ਤੇ ਸਕੁਅਰ ਫੁਟੇਜ ਦੇ ਕੌਨਫਲਿਕਟ ਦੇ ਕੇਸ ਬਹੁਤ ਹੋਏ ਰੀਅਲ ਸਟੇਟ ਕਾਉਂਸਲ ਨੂੰ ਤੇ ਰੀਅਲ ਸਟੇਟ ਬੋਰਡ ਨੂੰ। ਫਿਰ ਇਹ ਸੋਚਣਾ ਪਿਆ ਵੀ ਹੁਣ ਕੀ ਕੀਤਾ ਜਾਵੇ। ਫਿਰ ਹੁਣ ਰੀਸੈਂਟਲੀ ਉਹਨਾਂ ਨੇ ਜਿਹੜਾ ਮੈਜਰਮੈਂਟ ਸਟੈਂਡਰਡ ਇੱਕ ਸੈੱਟ ਕੀਤਾ, ਜਿਹਦੇ ਲਈ ਮੈਜਰਮੈਂਟ ਕੰਪਨੀਆਂ ਨੇ ਉਹ ਪੈਸੇ ਲੈਂਦੀਆਂ ਨੇ, ਆ ਕੇ ਮੈਜਰ ਕਰਦੀਆਂ ਨੇ, ਫਿਰ ਤੁਹਾਨੂੰ ਰਿਪੋਰਟ ਦਿੰਦੀਆਂ ਨੇ। ਫਿਰ ਅਸੀਂ ਉਹ ਰਿਪੋਰਟ ਸਪਲੀਮੈਂਟ ਜਦੋਂ ਲਿਸਟ ਕਰਦੇ ਹਾਂ ਉਹਦੇ ਵਿੱਚ ਪਾਉਣੇ ਆ ਤੇ ਉਹ ਬੰਦਾ ਦੇਖ ਸਕਦਾ, ਪ੍ਰਿੰਟ ਕਰ ਸਕਦਾ, ਰਾਈਟ। ਤੇ ਦੂਸਰੀ ਗੱਲ ਹੈ ਕਿ ਅੱਜ ਕੱਲ੍ਹ ਤੁਸੀਂ 50 ਫੋਟੋਆਂ ਪਾ ਸਕਦੇ ਆ ਜੀ। ਵੀਡੀਓ ਫੋਟੋ ਪੈਂਦੀ ਸੀ, ਹੁਣ 50 ਪੈਂਦੀਆਂ ਨੇ। ਹਾਂਜੀ, ਹੁਣ ਤੁਸੀਂ 50 ਫੋਟੋਜ਼ ਲੋਡ ਕਰ ਸਕਦੇ ਆ, ਪਲੱਸ ਤੁਸੀਂ 3D ਵੀਡੀਓ ਲੋਡ ਕਰ ਸਕਦੇ ਆ ਘਰ ਦਾ ਇੱਕ ਇੱਕ ਕਾਰਨਰ ਜਿਹੜਾ ਦਿਖਾ ਦਿੰਦਾ ਹੈ ਕੈਮਰਾ ਤੁਹਾਨੂੰ, ਰਾਈਟ। ਸੋ ਇਹ ਟੈਕਨੋਲੋਜੀ ਕਰਕੇ ਹੁਣ ਬਹੁਤ ਹੋਰ ਵੀ ਜ਼ਰੂਰੀ ਹੋ ਗਿਆ ਕਿ ਸੈਲਰ ਨੂੰ ਪ੍ਰੋਪਰ ਪ੍ਰਪੇਅਰ ਕੀਤਾ ਜਾਵੇ ਕਿ ਤੁਸੀਂ ਜਦੋਂ ਪ੍ਰਾਪਰਟੀ ਲਿਸਟ ਕਰਨੀ ਹੈ ਕਿਹੜੀਆਂ ਚੀਜ਼ਾਂ ਕਰਨ ਦੀ ਜ਼ਰੂਰਤ ਹੈ ਜੀ। ਸੋ ਜੇਕਰ ਮੁੱਖ ਤੌਰ ਤੇ ਗਿਣਨੀਆਂ ਹੋਣ ਤਾਂ ਕਿਹੜੀਆਂ ਸੁਜੈਸ਼ਨ ਤੁਸੀਂ ਦਿੰਦੇ ਹੋ ਜਦੋਂ ਤੁਸੀਂ ਫੋਰ ਐਗਜ਼ਾਮਪਲ ਕਿਸੇ ਦਾ ਘਰ ਲਿਸਟ ਕਰ ਦਿੱਤਾ ਤਾਂ ਤੁਸੀਂ ਕੀ ਸੁਜੈਸਟ ਕਰਦੇ ਹੋ ਜੀ? ਦੇਖੋ, ਕੋਈ ਵੀ ਜਿਹੜਾ ਪ੍ਰੋਫੈਸ਼ਨਲ ਰੀਅਲਟਰ ਹੈ ਜੀ, ਉਹ ਡੈਫੀਨਿਟਲੀ ਬਹੁਤ ਸਾਰੀਆਂ ਚੀਜ਼ਾਂ ਸੁਜੈਸਟ ਕਰਦਾ। ਬਹੁਤੀ ਵਾਰੀ ਸੈਲਰ ਐਗਰੀ ਕਰਦੇ ਆ, ਬਹੁਤੀ ਵਾਰੀ ਸੈਲਰ ਐਗਰੀ ਨਹੀਂ ਵੀ ਕਰਦੇ, ਕਈਆਂ ਨੂੰ ਪਸੰਦ ਨਹੀਂ ਆਉਂਦੀਆਂ। ਹਾਂ, ਕਿਉਂਕਿ ਉਹਦੇ ਲਈ ਫਿਰ ਤੁਹਾਨੂੰ ਕੁਝ ਚੀਜ਼ਾਂ ਚੇਂਜ ਕਰਨੀਆਂ ਪੈਂਦੀਆਂ ਨੇ। ਚੇਂਜ ਇਹ ਨਹੀਂ ਕਿ ਉਹ ਚੇਂਜ ਤੁਹਾਨੂੰ ਕਾਸਟ ਕਰਦੀ ਹੈ। ਕਈ ਵਾਰੀ ਸੈਲਰ ਨੂੰ ਇਹ ਪੁੱਛਣਾ ਪੈਂਦਾ ਔਰ ਕਹਿਣਾ ਪੈਂਦਾ ਵੀ ਜੇ ਤੁਸੀਂ ਮਾਈਂਡ ਨਾ ਕਰੋ ਤਾਂ ਆਹ ਚੀਜ਼ਾਂ ਮੈਂ ਬੀਇੰਗ ਏ ਪ੍ਰੋਫੈਸ਼ਨਲ ਰੀਅਲਟਰ ਤੁਹਾਨੂੰ ਸੁਜੈਸਟ ਕਰਨਾ ਚਾਹੁੰਦਾ ਕਿ ਪਲੀਜ਼ ਕਰ ਲਓ। ਫੋਰ ਐਗਜ਼ਾਮਪਲ ਬਹੁਤ ਸਾਰੀਆਂ ਸਾਡੇ ਘਰਾਂ ਦੇ ਵਿੱਚ ਆਪਾਂ ਆਮ ਜ਼ਿੰਦਗੀ ਦੇ ਵਿੱਚ ਫੋਟੋਆਂ ਲਾਉਂਦੇ ਆ, ਜਿਹਦੇ ਵਿੱਚ ਪਰਿਵਾਰਕ ਫੋਟੋਆਂ ਵੀ ਹੁੰਦੀਆਂ ਨੇ, ਸਾਡੀਆਂ ਧਾਰਮਿਕ ਫੋਟੋਗ੍ਰਾਫਸ ਵੀ ਹੁੰਦੀਆਂ ਨੇ। ਉਹ ਜਦੋਂ ਅਸੀਂ ਰਹਿ ਰਹੇ ਹਾਂ ਲਾਈਆਂ ਹੁੰਦੀਆਂ ਨੇ। ਜਦੋਂ ਅਸੀਂ ਲਿਸਟ ਕਰਨਾ ਉਦੋਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਘੱਟ ਤੋਂ ਘੱਟ ਫੋਟੋਆਂ ਘਰ ਦੇ ਵਿੱਚ ਲੱਗੀਆਂ ਹੋਣ। ਕਈ ਵਾਰੀ ਫਿਰ ਉੱਥੇ ਜਦੋਂ ਧਾਰਮਿਕ ਫੋਟੋਆਂ ਦਾ ਮਸਲਾ ਆਉਂਦਾ, ਕਈ ਵਾਰੀ ਸੈਲਰ ਮਾਈਂਡ ਕਰਦਾ ਵੀ ਤੁਸੀਂ ਮੈਨੂੰ ਰਿਮੂਵ ਕਰਨ ਲਈ ਕਹਿ ਰਹੇ ਹੋ, ਫਿਰ ਉਹਨੂੰ ਤੁਹਾਨੂੰ ਪ੍ਰੋਪਰ ਗਾਈਡ ਕਰਨਾ ਪੈਂਦਾ ਕਿ ਵਾਈ ਇਟ ਇਜ਼ ਇੰਪੋਰਟੈਂਟ। ਸਿਮਿਲਰਲੀ ਜਦੋਂ ਆਪਾਂ ਨਾਰਮਲ ਲਾਈਫ 'ਚ ਰਹਿ ਰਹੇ ਹਾਂ ਤਾਂ ਬਹੁਤ ਸਾਰਾ ਸਮਾਨ ਸਾਡਾ ਇੱਧਰ ਉੱਧਰ ਰੱਖਿਆ ਪਿਆ ਹੁੰਦਾ ਜਿਹੜਾ ਕਦੇ ਸ਼ਾਇਦ ਅਸੀਂ ਸਾਲ 'ਚ ਇੱਕ ਵਾਰੀ ਵਰਤਦੇ ਹਾਂ। ਉਹ ਬੈਡਰੂਮਾਂ 'ਚ ਵੀ ਹੁੰਦਾ, ਕਲੋਜ਼ਟਾਂ 'ਚ ਵੀ ਹੁੰਦਾ, ਬੇਸਮੈਂਟ 'ਚ ਵੀ ਹੁੰਦਾ, ਗਰਾਜ 'ਚ ਵੀ ਹੁੰਦਾ। ਸੋ ਉੱਥੇ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਜਿਹੜਾ ਵਾਧੂ ਸਮਾਨ ਹੈ ਉਹਨੂੰ ਪੈਕ ਕਰ ਦਿਓ ਤਾਂ ਕਿ ਘਰ ਓਪਨ ਖੁੱਲ੍ਹਾ ਲੱਗੇ, ਦੇਖਣ ਵਾਲੇ ਨੂੰ ਕੋਈ ਇੱਦਾਂ ਨਾ ਲੱਗੇ ਕਿ ਇਟਸ ਟੂ ਕੰਜਸਟਡ, ਖਲਾਰਾ ਜਿਹਾ ਪਿਆ ਹੈ ਨਾ। ਇਹ ਕੋਸ਼ਿਸ਼ ਕਰੀਦੀ ਹੈ ਜੀ। ਆਮ ਤੌਰ 'ਤੇ ਆਪਣੇ ਘਰਾਂ 'ਚ ਕਈ ਵਾਰੀ ਜਿੱਥੇ ਕਾਰਨਰ ਫਾਇਰ ਪਲੇਸ ਹੁੰਦੀ ਹੈ, ਸਾਡੀਆਂ ਬੀਬੀਆਂ ਨੇ ਛੋਟਾ ਸਮਾਨ ਲਿਆ ਕੇ ਮਿਨੀ ਡਾਲਰ ਸਟੋਰ ਬਣਾਇਆ ਹੁੰਦਾ ਉੱਤੇ। ਸੋ ਉਹ ਵੀ ਕਈ ਵਾਰੀ ਕੋਸ਼ਿਸ਼ ਕਰੀਦੀ ਹੈ ਕਿ ਤਰੀਕੇ ਨਾਲ ਹਿਊਮਰਸ ਵੇ ਨਾਲ ਗੱਲ ਕਰਕੇ ਵੀ ਭਾਈ ਜੇ ਤੁਸੀਂ ਇਹਨੂੰ ਪੈਕ ਕਰ ਦਿਓ ਜੀ। ਤੇ ਉਦੋਂ ਬਾਅਦ ਕਿਉਂਕਿ ਹੁਣ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ 50 ਫੋਟੋਆਂ ਪਾ ਸਕਦੇ ਹਾਂ, 3D ਵੀਡੀਓ ਪਾ ਸਕਦੇ ਹਾਂ, ਹਰ ਕਾਰਨਰ ਘਰ ਦਾ ਦਿਖਾਇਆ ਜਾਣਾ ਉਹਦੇ ਵਿੱਚ। ਜਦੋਂ ਫੋਟੋਆਂ ਖਿੱਚਣੀਆਂ ਨੇ, ਬਹੁਤ ਸਾਰੇ ਜਿਹੜੇ ਸਾਡੇ ਪ੍ਰੋਫੈਸ਼ਨਲ ਫੋਟੋਗ੍ਰਾਫਸ ਵੀ ਹੈਗੇ ਆ ਨਾ, ਸਾਰੇ ਨਹੀਂ ਕਰਦੇ, ਮੈਂ ਦੇਖਿਆ ਬਹੁਤ ਸਾਰੇ ਮੈਂ ਜਿਹਨੂੰ ਯੂਜ਼ ਕਰਦਾ ਪਿਛਲੇ 15-20 ਸਾਲ ਤੋਂ ਜੀ,
ਤੇ ਜੇ ਸੈਲਰ ਨੇ ਘਰ ਪ੍ਰਪੇਅਰ ਨਾ ਕੀਤਾ ਹੋਵੇ ਉਹ ਵਾਪਸ ਮੁੜ ਜਾਂਦੀ ਆ। ਅੱਛਾ ਜੀ। ਨੋ, ਵੀ ਮੈਂ ਖਿੱਚਣੀ ਜਾਂ ਉਹ ਕਹੂਗੀ ਮੇਰੇ ਮੁਤਾਬਕ ਸੈੱਟ ਕਰੋ ਸਮਾਨ ਨੂੰ, ਰਾਈਟ। ਕਿਉਂਕਿ ਉਹ ਫਿਰ ਇੱਕ ਰੈਪੂਟੇਸ਼ਨ ਦਾ ਇਸ਼ੂ ਹੁੰਦਾ, ਇੱਕ ਤਾਂ ਰੀਅਲਟਰ ਦੀ, ਇੱਕ ਫੋਟੋਗ੍ਰਾਫਰ ਦੀ ਵੀ, ਹੈ ਨਾ। ਹੁਣ ਫਾਰ ਐਗਜ਼ਾਮਪਲ ਜਦੋਂ ਅਸੀਂ ਕਿਚਨ ਦੀ ਫੋਟੋ ਖਿੱਚਣੀ ਹੈ, ਹੁਣ ਜੇ ਕਿਚਨ ਦੇ ਕਾਊਂਟਰ ਦੇ ਉੱਤੇ ਤੁਹਾਡਾ ਮਿਕਸਰ ਵੀ ਪਿਆ, ਤੁਹਾਡਾ ਟੋਸਟਰ ਵੀ ਪਿਆ, ਉਹ ਅਸੀਂ ਆਮ ਲਾਈਫ 'ਚ ਯੂਜ਼ ਕਰਦੇ ਹਾਂ, ਕਰਨਾ ਹੈ, ਪਰ ਉੱਤੇ ਤੁਹਾਡੇ 2 ਪਤੀਲੇ ਪਏ ਹੈ ਜੀ, ਭਾਂਡੇ ਵਾਲੀ ਟੋਕਰੀ ਭਰੀ ਪਈ ਹੈ, ਸਿੰਕ ਜਾਂ ਭਾਂਡਿਆਂ ਨਾਲ ਭਰਿਆ ਪਿਆ, ਉਹ ਚੀਜ਼ਾਂ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਫੋਟੋ ਖਿੱਚਣੀ ਹੈ ਕਮ ਸੇ ਕਮ ਉਹ ਕਾਊਂਟਰ ਤੁਹਾਡਾ ਕੰਪਲੀਟ ਖਾਲੀ ਚਾਹੀਦਾ, ਉਹਨੂੰ ਰਿਮੂਵ ਕਰੋ ਤਾਂ ਕਿ ਜਦੋਂ ਆਨਲਾਈਨ ਬੰਦੇ ਨੇ ਫੋਟੋ ਦੇਖਣੀ ਹੈ ਉਹਨੂੰ ਚੰਗੀ ਲੱਗੇ, ਉਹ ਦੇਖਣ ਘਰ ਆਵੇ। ਆਉਣ ਤੋਂ ਬਾਅਦ ਆਬਵੀਅਸਲੀ ਉਹਨੂੰ ਪਤਾ ਹੈ ਕਿ ਭਾਂਡੇ ਯੂਜ਼ ਕਰਨੇ ਆ, ਅਸੀਂ ਵੀ ਕਰਨੇ ਆ ਤੇ ਇਹ ਵੀ ਕਰਦੇ ਆ ਜੀ, ਪਰ ਅੰਦਰ ਜ਼ਰੂਰ ਆਵੇ ਬਾਇਰ ਤੁਹਾਡੇ, ਰਾਈਟ। ਸੋ ਉਹ ਚੀਜ਼ਾਂ ਮੈਟਰ ਕਰਦੀਆਂ ਨੇ, ਬਿਲਕੁਲ, ਹੈ ਨਾ। ਸੋ ਘੱਟੋ ਘੱਟ ਇੱਕ ਇਹ ਵੀ ਹੈ ਕਿ ਘੱਟੋ ਘੱਟ ਘਰ ਤੁਹਾਡਾ ਸਾਫ਼ ਚੰਗੀ ਤਰ੍ਹਾਂ ਚਾਹੀਦਾ ਹੈ, ਟਾਇਲਸ ਕਲੀਨ ਹੋਣੀਆਂ ਚਾਹੀਦੀਆਂ ਨੇ। ਮੈਨੂੰ ਲੱਗਦਾ ਕਿ ਕਈ ਵਾਰੀ ਘਰ ਦੇਖਣ ਜਾਂਦਾ ਆਦਮੀ ਤੇ ਘਰ ਗੰਦਾ ਹੀ ਇੰਨਾ ਹੁੰਦਾ ਕਿ ਉਹ ਪਹਿਲਾਂ ਹੀ ਰੀਅਲਟਰ ਨੂੰ ਕਹਿ ਦਿੰਦਾ ਜੀ ਕਿ ਰਹਿਣ ਦਿਓ, ਆਪਾਂ ਕੋਈ ਹੋਰ ਘਰ ਦੇਖ ਲੈਂਦੇ ਹਾਂ। ਦੇਖੋ ਇਹ ਜਿਹੜਾ ਸਫਾਈ ਹੈ ਨਾ ਜੀ, ਮੈਂ ਅਕਸਰ ਕੋਟ ਕਰਦਾ ਹੁੰਦਾ ਕਿ ਡਾਕਟਰ ਨਰਿੰਦਰ ਸਿੰਘ ਕਪੂਰ ਨੂੰ ਮੈਂ ਵਾਹਵਾ ਪੜ੍ਹਦਾ ਜੀ, ਉਹ ਕਹਿੰਦੇ ਹੁੰਦੇ ਕਿ ਸਫਾਈ ਦੀ ਡੈਫੀਨੇਸ਼ਨ ਹਰ ਇਨਸਾਨ ਦੀ ਅਲੱਗ-ਅਲੱਗ ਹੈ, ਅਲੱਗ-ਅਲੱਗ ਹੈ। ਕਿਸੇ ਬੰਦੇ ਨੂੰ ਉਹਦਾ ਘਰ ਬਹੁਤ ਕਲੀਨ ਲੱਗ ਸਕਦਾ, ਦੂਸਰੇ ਬੰਦੇ ਨੂੰ ਉਹ ਲੱਗ ਸਕਦਾ ਯਾਰ ਮੈਨੂੰ ਤਾਂ ਇੱਥੇ ਪ੍ਰੋਫੈਸ਼ਨਲ ਹਾਇਰ ਕਰਨਾ ਪੈਣਾ ਕਲੀਨਅਪ ਲਈ। ਇਹ ਡਿਪੈਂਡ ਕਰਦਾ ਜੀ। ਡਾਕਟਰ ਨਰਿੰਦਰ ਸਿੰਘ ਕਪੂਰ ਕਹਿੰਦੇ ਜੇ ਕਿਸੇ ਦੇ ਘਰ ਦੀ ਸਫਾਈ ਦੇਖਣੀ ਹੈ ਤਾਂ ਉਹਦੇ ਖੂੰਜੇ ਦੇਖੋ ਜਾ ਕੇ, ਜੇ ਤਾਂ ਖੂੰਜੇ ਕਾਰਨਰ ਸਾਫ਼ ਕੀਤੇ ਹੋਏ ਆ ਦੈਟ ਮੀਨ ਘਰ ਸਾਫ਼ ਕੀਤਾ ਹੋਇਆ, ਤੇ ਨਹੀਂ ਤਾਂ ਫਿਰ ਲਿਪਾ ਪੋਚੀ ਕੀਤੀ ਹੋਈ ਆ। ਸੋ ਕਲੀਨਨੈਸ ਬਹੁਤ ਜ਼ਰੂਰੀ ਹੈ ਜੀ। ਇਸੇ ਕਰਕੇ ਬਹੁਤੀ ਵਾਰੀ ਅਸੀਂ ਦੇਖਦੇ ਹਾਂ ਕਿ ਫੋਟੋਆਂ ਬੜੀਆਂ ਡਿਸੀਵਿੰਗ ਹੁੰਦੀਆਂ ਨੇ। ਅਸੀਂ ਬੜੇ ਐਕਸਾਈਟਡ ਹੋ ਕੇ, ਬਾਇਰ ਵੀ ਦੇਖਦਾ ਆਨਲਾਈਨ ਫੋਟੋਆਂ, ਇਹ ਘਰ ਬਹੁਤ ਸੋਹਣਾ ਲੱਗਦਾ ਜਾਣੇ ਆ, ਇੱਕ ਕਿਉਂਕਿ ਉਹ ਵਾਈਡ ਲੈਂਸਸ ਨਾਲ ਖਿੱਚੀਆਂ ਹੁੰਦੀਆਂ ਨੇ, ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਲੱਗਦੀਆਂ ਨੇ, ਰੂਮ ਵੀ ਤੁਹਾਨੂੰ ਵੱਡੇ ਲੱਗਦੇ ਨੇ, ਲਿਵਿੰਗ ਰੂਮ, ਕਿਚਨ, ਬਹੁਤ ਦੋ ਉੱਥੇ ਜਾ ਕੇ ਦੇਖਦੇ ਆ ਕਈ ਵਾਰੀ ਆਪੋਜ਼ਿਟ ਪਿਕਚਰ ਹੁੰਦੀ ਹੈ, ਰਿਐਲਿਟੀ ਜਦੋਂ ਦੇਖਦੇ ਹੋ ਘਰ ਡਿਫਰੈਂਟ ਲੱਗਦਾ। ਹਾਂਜੀ, ਪਰ ਜੇ ਘਰ ਕਮ ਸੇ ਕਮ ਰੈਡੀ ਹੋਵੇ, ਪ੍ਰੈਜ਼ੈਂਟੇਬਲ ਹੋਵੇ ਤਾਂ ਕਮ ਸੇ ਕਮ ਫਿਰ ਉਹ ਕੰਪਰੋਮਾਈਜ਼ ਹੋ ਜਾਂਦੀ ਉੱਥੇ ਚੀਜ਼ ਵੀ, ਠੀਕ ਹੈ ਚਲੋ ਭਾਵੇਂ ਛੋਟੀਆਂ ਲੱਗਦੇ ਹੋ, ਸਾਨੂੰ ਪਤਾ ਪ੍ਰੋਫੈਸ਼ਨਲ ਕੈਮਰੇ ਨਾਲ ਖਿੱਚੀਆਂ ਹੋਈਆਂ ਨੇ, ਪਰ ਘਰ ਸਾਫ਼ ਸੁਥਰਾ ਜੀ। ਪੰਜਾਬੀ ਨੈਸ਼ਨਲ ਟੀਵੀ ਇਸ ਸਮੇਂ ਦੇਖ ਰਹੇ ਹੋ, ਅਸੀਂ ਗੱਲਬਾਤ ਕਰ ਰਹੇ ਹਾਂ ਪ੍ਰਸਿੱਧ ਰੀਅਲਟਰ ਡੈਨ ਸਿੱਧੂ ਜੀ ਨਾਲ, ਅਤੇ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਲੈਂਦੇ ਹਾਂ ਤੇ ਫਿਰ ਵਾਪਸ ਪਰਤਦੇ ਹਾਂ ਜੀ। ਪੰਜਾਬੀ ਨੈਸ਼ਨਲ ਟੀਵੀ ਤੇ ਦ ਰਣਜੀਤ ਸਿੱਧੂ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਆਪ ਸਭ ਨੂੰ ਜੀ ਆਇਆਂ ਨੂੰ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਡੈਨ ਸਿੱਧੂ ਜੀ ਨਾਲ। ਕੈਲਗਰੀ ਸ਼ਹਿਰ ਦੇ ਵਿੱਚ ਲੰਬੇ ਸਮੇਂ ਤੋਂ, ਲੰਬਾ ਸਮਾਂ ਮਤਲਬ 25 ਸਾਲ ਤੋਂ ਰੀਅਲ ਸਟੇਟ ਦੀਆਂ ਸੇਵਾਵਾਂ ਦੇ ਰਹੇ ਨੇ, ਅਤੇ ਅਸੀਂ ਅੱਜ ਉਹਨਾਂ ਤੋਂ ਜਾਣਕਾਰੀ ਲੈ ਰਹੇ ਹਾਂ ਕਿ ਘਰ ਖਰੀਦਣ ਜਾਂ ਵੇਚਣ ਸਮੇਂ ਕਿਹੜੀਆਂ ਗੱਲਾਂ ਦਾ ਜਿਹੜਾ ਜੀ ਖਿਆਲ ਰੱਖਣਾ ਚਾਹੀਦਾ ਹੈ। ਸੋ ਸਿੱਧੂ ਸਾਹਿਬ ਇੱਕ ਵਾਰੀ ਫਿਰ ਆਪ ਨੂੰ ਜੀ ਆਇਆਂ ਨੂੰ ਜੀ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ। ਅੱਜ ਵੈਸੇ ਗੱਲਬਾਤ ਜਿਹੜੀ ਮੈਨੂੰ ਵੀ ਕਾਫੀ ਸੁਣ ਕੇ ਵਧੀਆ ਲੱਗ ਰਿਹਾ, ਕਈ ਗੱਲਾਂ ਮੈਂ ਵੀ ਅੱਜ ਤੁਹਾਡੇ ਤੋਂ ਸਿੱਖ ਰਿਹਾ ਜੀ। ਸੋ ਆਪਾਂ ਗੱਲਬਾਤ ਕਰ ਰਹੇ ਸੀ ਕਿ ਘਰ ਲਿਸਟ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਜਿਹੜਾ ਖਿਆਲ ਰੱਖਣਾ ਚਾਹੀਦਾ। ਤੁਸੀਂ ਇੱਕ ਦੋ ਤੇ ਇਹ ਦੱਸਿਆ ਕਿ ਸਫਾਈ ਤਾਂ ਹੋਣੀ ਚਾਹੀਦੀ ਹੈ, ਪਰ ਜੇਕਰ ਫੋਟੋਆਂ ਜਿਹੜੀਆਂ ਨੇ ਉਹ ਜਿੰਨੀਆਂ ਘੱਟ ਲੱਗਣ, ਉਹ ਵੀ ਬਾਇਰ ਦੇ ਉੱਤੇ ਚੰਗਾ ਇੰਪੈਕਟ ਪੈਂਦਾ ਹੈ ਜੀ ਉਹਦਾ। ਹਾਂਜੀ, ਨਹੀਂ ਫੋਟੋਆਂ ਘੱਟ ਜਾਂ ਵੱਧ ਦੀ ਗੱਲ ਨਹੀਂ, ਘੱਟ ਫੋਟੋਆਂ ਜਿੰਨੀਆਂ ਵੱਧ ਹੋਣ ਕੋਈ ਮੈਟਰ ਨਹੀਂ ਕਰਦੀ, ਪਰ ਫੋਟੋਆਂ ਕਮ ਸੇ ਕਮ ਉਹ ਹੋਣ ਜਿਹੜੀਆਂ ਕਿ ਦੇਖਣ ਵਾਲੇ ਨੂੰ ਅਪੀਲ ਕਰਨ। ਮੈਂ ਅਕਸਰ ਦੇਖਦਾ ਜਦੋਂ ਹਰ ਰੋਜ਼ ਨਵੀਂ ਲਿਸਟਿੰਗ ਚੈੱਕ ਕਰੀਦੀਆਂ, ਕਿਉਂਕਿ ਸਾਡੇ ਤਕਰੀਬਨ ਮੋਰ ਦੈਨ 5000 ਰੀਅਲ ਸਟੇਟ ਏਜੰਟ ਹੈ ਜੀ, ਤੇ ਅੱਜ ਕੱਲ੍ਹ ਖਾਸ ਕਰਕੇ ਕਿਉਂਕਿ ਜ਼ਿਆਦਾ ਕੋਰਸ ਆਨਲਾਈਨ ਹੈ, ਇਨ ਕਲਾਸ ਟ੍ਰੇਨਿੰਗ ਬਹੁਤ ਘੱਟ ਹੈ, ਗਰੁੱਪ ਡਿਸਕਸ਼ਨ ਬਹੁਤ ਘੱਟ ਹੈ, ਇਸ ਕਰਕੇ ਹੁਣ ਤਾਂ ਕੋਵਿਡ ਕਰਕੇ ਵੈਸੇ ਵੀ ਮਿਲਣਾ ਮਿਲਾਉਣਾ ਬਹੁਤ ਘੱਟ ਹੈ, ਇਸ ਕਰਕੇ ਬਹੁਤ ਸਾਰੀ ਉਹ ਜਿਹੜੀ ਫੀਲਡ ਦੀ ਨੌਲੇਜ ਹੈਗੀ ਹੈ ਜਿਹੜੀ ਉਹ ਸਾਡੇ ਪ੍ਰੋਫੈਸ਼ਨਲਜ਼ ਨੂੰ ਨਹੀਂ ਹੈਗੀ। ਜਦੋਂ ਮੈਂ ਲਿਸਟਿੰਗ ਦੇਖਦਾ, ਇਹ ਨਹੀਂ ਕਿ ਗਲਤੀ ਮੈਂ ਵੀ ਕਰਦਾ, ਕਿਤੇ ਨਾ ਕਿਤੇ ਕੋਈ ਗਲਤੀ ਹੋ ਜਾਂਦੀ ਹੈ, ਟਾਈਪੋ ਐਰਰ ਹੋ ਗਈ, ਕੁਛ ਹੋਰ ਹੋ ਗਿਆ, ਉਹਨੂੰ ਤੁਸੀਂ ਦੁਬਾਰਾ ਚੈੱਕ ਕਰ ਸਕਦੇ ਹੋ ਜਦੋਂ ਪ੍ਰਿੰਟ ਕਰਨ ਤੋਂ ਪਹਿਲਾਂ ਜਾਂ ਉਹਨੂੰ ਸਬਮਿਟ ਕਰਨ ਤੋਂ ਪਹਿਲਾਂ ਉਹਨੂੰ ਰਿਵਿਊ ਕਰ ਲਓ। ਪਰ ਜਦੋਂ ਗੱਲ ਫੋਟੋਆਂ ਦੀ ਆਉਂਦੀ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੇਰਾ ਹੀ ਫੋਟੋਗ੍ਰਾਫਰ ਨੇ ਬਹੁਤ ਦੇਰ ਤੋਂ ਹਾਇਰ ਕੀਤਾ ਹੈ, ਉਹ ਜੇ ਘਰ ਰੈਡੀ ਨਹੀਂ ਫੋਟੋ ਨਹੀਂ ਖਿੱਚਦਾ,
ਉਹ ਮੈਨੂੰ ਕਹੂਗਾ ਕਿ ਆਪਣੇ ਕਲਾਇੰਟ ਨੂੰ ਕਹੋ ਕਰ ਰੈਡੀ ਕਰੇ। ਅੱਛਾ ਜੀ। ਉਹਨੇ ਨਹੀਂ ਰੈਡੀ ਕੀਤਾ। ਹੁਣ ਮੈਂ ਜਦੋਂ ਫੋਟੋਆਂ ਦੇਖਦਾ, ਕਈ ਵਾਰੀ ਫੋਟੋਆਂ ਪਾਈਆਂ ਹੁੰਦੀਆਂ ਸਾਡੇ ਰੀਅਲ ਸਟੇਟ ਏਜੰਟਾਂ ਨੇ, ਔਰ ਆਪਣੇ ਆਪ ਨੂੰ ਫੋਟੋਆਂ ਦੇਖ ਕੇ ਸ਼ਰਮ ਜਿਹੀ ਆਉਣ ਲੱਗ ਜਾਂਦੀ ਹੈ। ਇੰਨੀ ਅੰਬੈਰਸਿੰਗ ਹੁੰਦੀਆਂ ਨੇ। ਬੈਡਰੂਮਾਂ ਦੇ ਵਿੱਚ ਕੰਪਲੀਟ ਖਲਾਰਾ ਪਿਆ ਹੋਇਆ, ਕੋਈ ਕੱਪੜਿਆਂ ਦਾ ਹਿਸਾਬ ਕਿਤਾਬ ਨਹੀਂ ਕਿੱਥੇ ਪਏ ਆ। ਕਿਚਨ ਜਿਵੇਂ ਪਹਿਲਾਂ ਕਿਹਾ, ਕਾਊਂਟਰ ਭਾਂਡਿਆਂ ਨਾਲ ਭਰੇ ਪਏ ਆ। ਅੱਛਾ, ਝੂਠੇ ਭਾਂਡੇ ਪਏ ਨੇ। ਹਾਂ। ਅੱਛਾ ਜੀ। ਪਰ ਮੈਂ ਓਨੈਸਟਲੀ ਮੇਰਾ ਸੁਭਾਅ ਹੈ, ਮੈਂ ਕਈ ਵਾਰੀ ਲਿਸਟਿੰਗ ਏਜੰਟ ਨੂੰ ਫੋਨ ਵੀ ਕਰ ਦਿੰਦਾ ਵੀ ਦੇਖ ਸ਼ਾਇਦ ਤੁਸੀਂ ਨਵਾਂ ਸ਼ੁਰੂ ਕੀਤਾ ਹੋਊਗਾ, ਆ ਜਿਹੜੀਆਂ ਤੁਸੀਂ ਫੋਟੋਆਂ ਪਾਈਆਂ ਇਹ ਚੰਗੀਆਂ ਨਹੀਂ ਲੱਗਦੀਆਂ, ਨਾ ਤੁਹਾਡੀ ਰੈਪੂਟੇਸ਼ਨ ਵਾਸਤੇ, ਨਾ ਤੁਹਾਡੇ ਸੈਲਰ ਦੀ ਰੈਪੂਟੇਸ਼ਨ ਵਾਸਤੇ, ਨਾ ਆਪਣੀ ਕਮਿਊਨਿਟੀ ਦੀ ਰੈਪੂਟੇਸ਼ਨ ਵਾਸਤੇ। ਇਸ ਕਰਕੇ ਬੈਟਰ ਹੈ ਕਿ ਘਰ ਨੂੰ ਪ੍ਰਪੇਅਰ ਕਰਾ ਕੇ ਫੋਟੋਆਂ ਦੁਬਾਰਾ ਖਿਚਾ ਲਓ। ਔਰ ਕਈ ਰੀਅਲਟਰ ਮੰਨ ਵੀ ਜਾਂਦੇ ਆ ਓਨੈਸਟਲੀ। ਉਹਨੂੰ ਦੱਸੀਦਾ ਵੀ ਭਾਈ ਮੈਂ 25 ਸਾਲ ਹੋ ਗਏ ਇਸ ਕੰਮ ਦੇ ਵਿੱਚ, ਇਹ ਮੈਨੂੰ ਕੋਈ ਇੰਟਰਸਟ ਨਹੀਂ ਹੈਗਾ, ਪਰ ਥੋੜੀ ਜਿਹੀ ਤੁਹਾਡੀ ਆਪਣੀ ਰੈਪੂਟੇਸ਼ਨ ਹੈ, ਪ੍ਰੋਫੈਸ਼ਨਲੀ ਚੰਗਾ ਲੱਗਦਾ। ਹਾਂਜੀ ਵੀ ਜਾਂ ਤਾਂ ਇਹਨਾਂ ਨੂੰ ਰਿਮੂਵ ਕਰਾ ਦਿਓ, ਜਿਹੜੇ ਚੰਗੀਆਂ ਉਹ ਪਾ ਦਿਓ, ਬਾਕੀ ਨਾ ਪਾਓ। ਕਿਉਂਕਿ ਜੇ ਤੁਹਾਡੇ ਬਾਅਦ ਜੇ ਤੁਸੀਂ ਸੈਲਰ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਉਹਨੂੰ ਸਹੀ ਰਿਪਰੈਜ਼ੈਂਟੇਸ਼ਨ ਦੇਣੀ ਹੈ, ਤੇ ਜਦੋਂ ਉਹ ਇਹ ਆਨਲਾਈਨ ਬੰਦਾ ਫੋਟੋਆਂ ਦੇਖੂਗਾ ਉਹਨੇ ਦੇਖਣੀ ਨਹੀਂ ਆਉਣਾ ਘਰ ਤੁਹਾਡਾ। ਸੋ ਯੂ ਆਰ ਨਾਟ ਡੂਇੰਗ ਐਨੀ ਜਸਟਿਸ ਟੂ ਯਰ ਸੈਲਰ। ਕਿਉਂਕਿ ਸੈਲਰ ਲਈ ਜਿਵੇਂ ਪਹਿਲਾਂ ਕਿਹਾ, ਘਰ ਵੇਚਣਾ ਬਹੁਤ ਸਟ੍ਰੈਸਫੁਲ ਹੈ। ਕਿਉਂਕਿ ਹੁਣ ਜਦੋਂ ਐਜ਼ ਏ ਲਿਸਟਿੰਗ ਏਜੰਟ ਮੈਨੂੰ ਸ਼ੋਇੰਗ ਦੀ ਕਾਲ ਆਉਣੀ ਹੈ, ਮੈਂ ਤਾਂ ਸੈਲਰ ਨੂੰ ਮੈਸੇਜ ਭੇਜ ਦੇਣਾ ਜੀ ਇੰਨੇ ਵਜੇ ਸ਼ੋਇੰਗ ਹੈ। ਉਹਨੇ ਘਰ ਨੂੰ ਪ੍ਰਪੇਅਰ ਕਰਨਾ ਜੀ। ਜੇ ਸੈਲਰ ਜੈਨੂਨ ਹੈਗਾ ਤਾਂ ਉਹ ਘਰ ਦੀ ਸਫਾਈ ਕਰੂਗਾ, ਕੁਕਿੰਗ ਦਾ ਖਿਆਲ ਰੱਖੂਗਾ, ਡਿਊਰਿੰਗ ਅਗਸਤ ਤੇ ਉਦੋਂ ਪਹਿਲਾਂ ਕੁਕਿੰਗ ਹੋ ਜੇ ਜਾਂ ਉਦੋਂ ਬਾਅਦ ਚ ਹੋ ਜੇ, ਤਾਂ ਕਿ ਆਉਣ ਵਾਲੇ ਨੂੰ ਡਿਫਰੈਂਟ ਕਮਿਊਨਿਟੀ ਦੀ ਕੁਕਿੰਗ ਦੀ ਸਮੈਲ ਨਾ ਬਾਦਰ ਕਰੇ। ਸੋ ਉਹ ਚੀਜ਼ਾਂ ਉਹਨੇ ਕਰਨੀਆਂ ਨੇ। ਇੱਕ ਮੈਂ ਇੱਥੇ ਸਵਾਲ ਕਰਨਾ ਚਾਹੁੰਦਾ ਕਿ ਜਦੋਂ ਤੁਸੀਂ ਘਰ ਬੁੱਕ ਕਰ ਦਿੰਦੇ ਆ ਕਿ ਜੀ ਸ਼ੋਇੰਗ ਹੈ, ਘਰ ਕੋਈ ਦੇਖਣ ਆਉਣਾ ਹੈ, ਹਾਂਜੀ, ਤਾਂ ਬਹੁਤੀ ਵਾਰੀ ਇਹੀ ਨੋਟਿਸ ਕੀਤਾ ਹੈ ਕਿ ਜਦੋਂ ਘਰ ਦੇਖਣ ਜਾਈਦਾ ਤੇ ਘਰ ਦੇ ਜੀ ਜਿਹੜੇ ਨੇ ਜੀ ਬਾਹਰ ਕਿਤੇ ਨਾ ਕਿਤੇ ਚੱਲ ਜਾਂਦੇ ਨੇ ਸਾਰੇ। ਪਰ ਕਈ ਵਾਰੀ ਨੋਟਿਸ ਕੀਤਾ ਕਿ ਘਰ ਦੇ ਜੀ ਉੱਥੇ ਬੈਠੇ ਵੀ ਹੁੰਦੇ ਨੇ, ਜਾਂ ਸਾਰੇ ਪਰਿਵਾਰਕ ਮੈਂਬਰ ਉੱਥੇ ਬੈਠੇ ਹੁੰਦੇ ਨੇ, ਉਹ ਆਪਣੇ ਰੈਗੂਲਰ ਕੰਮ ਕਰ ਰਹੇ ਹੁੰਦੇ ਨੇ, ਜਾਂ ਘਰ ਦੇ ਵਿੱਚ ਇੱਕ ਦੋ ਜੀ ਉੱਥੇ ਰਹਿੰਦੇ ਨੇ। ਤੁਹਾਡੇ ਮੁਤਾਬਕ ਕੀ ਕਰਨਾ ਚਾਹੀਦਾ ਜੀ? ਦੇਖੋ, ਕੋਸ਼ਿਸ਼ ਇਹ ਕੀਤੀ ਜਾਵੇ ਕਿ ਜਦੋਂ ਕੋਈ ਵਿਊ ਕਰਨ ਆ ਰਿਹਾ ਘਰ ਬੰਦਾ ਨਾ ਹੋਵੇ। ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਬਾਇਰ ਹੈ ਉਹ ਪ੍ਰਾਈਵੇਟਲੀ ਹਰ ਚੀਜ਼ ਨੂੰ ਵਿਊ ਕਰ ਲੂਗਾ। ਜੇ ਤੁਸੀਂ ਹੁਣ ਲਿਵਿੰਗ ਰੂਮ 'ਚ ਬੈਠੇ ਟੀਵੀ ਦੇਖੀ ਜਾਂਦੇ ਹੋ, ਜਾਂ ਕੋਈ ਬੰਦਾ ਤੁਹਾਡਾ ਪਰਿਵਾਰ ਦਾ ਮੈਂਬਰ ਬਾਥਰੂਮ 'ਚ ਵੜਿਆ ਹੋਇਆ ਹੈ, ਜਾਂ ਤੁਸੀਂ ਕਿਚਨ 'ਚ ਕੁਕਿੰਗ ਕਰ ਰਹੇ ਹੈ, ਤਾਂ ਬਾਇਰ ਹੈ ਜਿਹੜਾ ਉਹ ਹੈਜ਼ੀਟੇਟ ਕਰੂਗਾ। ਇਸ ਕਰਕੇ ਹੁਣ ਚੇਂਜ ਹੋ ਗਿਆ, ਪਹਿਲਾਂ ਨਹੀਂ ਸੀ ਕਰਦੇ। ਹੁਣ ਕਾਫੀ ਲੋਕ ਆ ਜਿਹੜੇ ਸੈਲਰ ਹੈ ਉਹ ਕਹਿ ਦਿੰਦੇ ਜੀ ਜਦੋਂ ਸਾਨੂੰ ਸ਼ੋਇੰਗ ਦਾ ਟਾਈਮ ਹੋਇਆ ਅਸੀਂ ਜਾ ਕੇ ਕਾਰ 'ਚ ਬਹਿ ਜਾਾਂਗੇ। ਜੇ ਬਾਹਲਾ ਦੂਰ ਵੀ ਨਹੀਂ ਜਾਣਾ ਉਹਨਾਂ ਨੇ, ਕਾਰ 'ਚ ਬਹਿ ਜਾਂਦੇ ਆ, ਤੇ ਜਦੋਂ ਉਹਨਾਂ ਨੇ ਦੇਖਿਆ ਵੀ ਸ਼ੋਇੰਗ ਖਤਮ ਹੋ ਗਈ ਉਹ ਅੰਦਰ ਚਲੇ ਜਾਂਦੇ ਆ ਜੀ। ਇਹ ਬੈਟਰ ਹੈ ਕਿ ਘਰ ਜਦੋਂ ਬਾਇਰ ਆ ਰਿਹਾ ਦੇਖਣ, ਕਲਾਇੰਟ ਦੇਖਣ ਆ ਰਿਹਾ, ਉਹ ਘਰ 'ਚ ਬੰਦਾ ਕੋਈ ਨਾ ਹੋਵੇ, ਅਨਲੈਸ ਕਿ ਕੋਈ ਮੈਡੀਕਲ ਸਿਚੁਏਸ਼ਨ ਹੈ, ਦੈਟ ਇਜ਼ ਅ ਡਿਫਰੈਂਟ ਸਿਚੁਏਸ਼ਨ। ਇਹ ਜ਼ਰੂਰੀ ਹੈ ਇਹ ਨਾ ਹੋਵੇ ਉੱਥੇ। ਤੁਸੀਂ ਲਾਈਟਸ ਵਗੈਰਾ ਸਾਰੀਆਂ ਔਨ ਕਰ ਦਿਓ, ਬਲਾਈਂਡਸ ਓਪਨ ਕਰ ਦਿਓ। ਕਈ ਵਾਰੀ ਦੇਖੀਦਾ ਕਿ ਸਾਰੇ ਘਰ ਦੇ ਬਲਾਈਂਡਸ ਬੰਦ ਕੀਤੇ ਹੁੰਦੇ ਆ, ਉਹ ਹੁਣ ਬਾਇਰ ਨੇ ਕੱਲਾ ਬਲਾਈਂਡ ਨਹੀਂ ਖੋਲ ਕੇ ਦੇਖਣਾ, ਰਾਈਟ? ਉਹ ਹਨੇਰਾ ਲੱਗੂਗਾ। ਸੋ ਇਸ ਬੈਟਰ ਕਿ ਜਦੋਂ ਤੁਸੀਂ ਸ਼ੋਇੰਗ ਕਰਨੀ ਹੈ, ਆਪਦੇ ਕਲਾਇੰਟ ਨੂੰ, ਰੀਅਲਟਰ ਨੂੰ ਵੀ ਚਾਹੀਦਾ ਐਡਵਾਈਸ ਕਰਨਾ ਵੀ ਭਾਈ ਸਾਰੀਆਂ ਲਾਈਟਾਂ ਔਨ ਕਰ ਦਿਓ, ਜਾਣ ਤੋਂ ਪਹਿਲਾਂ ਬਲਾਈਂਡ ਸਾਰੇ ਓਪਨ ਕਰ ਦਿਓ, ਤਾਂ ਕਿ ਘਰ ਆਉਣ ਵਾਲੇ ਨੂੰ ਬ੍ਰਾਈਟ ਲੱਗੇ। ਕਿਉਂਕਿ ਜੇ ਉਹ ਨਾ ਖੋਲੂਗਾ ਤਾਂ ਫਿਰ ਉਹ ਬੰਦਾ ਬਹੁਤਾ ਉਹ ਇੰਪ੍ਰੈਸ ਨਹੀਂ ਹੁੰਦਾ ਉਸ ਚੀਜ਼ ਤੋਂ ਜੀ। ਇੱਕ ਸਿੱਧ ਸਾਹਿਬ, ਮੈਂ ਗੱਲ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਬਹੁਤ ਸਾਰੇ ਘਰ, ਹਜ਼ਾਰਾਂ ਦੀ ਗਿਣਤੀ 'ਚ ਸਾਰੇ ਕੈਨੇਡਾ ਅਮਰੀਕਾ 'ਚ ਵਿਕਦੇ ਨੇ ਜੀ। ਜਦੋਂ ਘਰ ਦੇਖਣ ਵਾਲੇ ਆਉਂਦੇ ਨੇ ਤੇ ਘਰ ਵਾਲੇ ਕਈ ਵਾਰੀ ਬਾਹਰ ਚਲੇ ਜਾਂਦੇ ਨੇ, ਪਰ ਜਿਸ ਦਾ ਘਰ ਵਿਕਣਾ ਹੁੰਦਾ ਜੀ ਉਹਦਾ ਸਮਾਨ ਸਾਰਾ ਉੱਥੇ ਪਿਆ ਹੁੰਦਾ ਹੈ, ਵੈਲਿਊਬਲ ਚੀਜ਼ਾਂ ਵੀ ਕਈ ਵਾਰੀ ਪਈਆਂ ਹੁੰਦੀਆਂ ਨੇ, ਵੈਸੇ ਵੀ ਇਮੋਸ਼ਨਸ ਜੁੜੇ ਹੁੰਦੇ ਨੇ। ਤੇ ਘਰ ਤੇ ਦੇਖੋ ਜੀ ਹੁਣ ਜਦੋਂ ਸੇਲ ਤੇ ਲਾਤਾ, ਵੇਚਣ ਤੇ ਲਾਤਾ, ਫਿਰ ਤਾਂ ਹਰ ਤਰ੍ਹਾਂ ਦੇ ਵਿਅਕਤੀ ਨੇ ਦੇਖਣ ਆਉਣਾ ਹੈ। ਤਾਂ ਫਿਰ ਜਿਹੜਾ ਰੀਅਲਟਰ ਹੈ ਉਹਦੀ ਕੀ ਡਿਊਟੀਜ਼ ਬਣ ਜਾਂਦੀ ਕਿ ਜਦੋਂ ਘਰ ਕੋਈ ਦੇਖਣ ਆਉਂਦਾ ਹੈ ਕਿ ਵੀ ਉਹ ਸਾਰੇ ਜਣੇ ਉਹਦੇ ਨਾਲ ਹੀ ਰਹਿਣ, ਜਿਹੜੇ ਰੂਮ 'ਚ ਵੀ ਉਹ ਦਿਖਾਉਣ ਜਾਂਦਾ ਹੈ। ਕਈ ਵਾਰੀ ਇੱਦਾਂ ਵੀ ਹੁੰਦਾ ਕਿ ਬਹੁਤ ਵੱਡੀ ਫੈਮਿਲੀ ਆ ਜਾਂਦੀ ਹੈ, ਕੋਈ ਕਿਸੇ ਰੂਮ 'ਚ ਤੁਰਿਆ ਫਿਰਦਾ, ਕੋਈ ਕਿਸੇ ਰੂਮ 'ਚ ਤੁਰਿਆ ਫਿਰਦਾ, ਤਾਂ ਉਹ ਚੋਰੀ ਜਾਂ ਕੋਈ ਟੁੱਟ ਭੱਜ ਇੱਦਾਂ ਦੀਆਂ ਚੀਜ਼ਾਂ ਵੀ ਹੋ ਜਾਂਦੀਆਂ ਨੇ ਜੀ। ਵੈਰੀ ਗੁੱਡ ਕੁਐਸਚਨ ਹੈ ਜੀ, ਬਹੁਤ ਵਧੀਆ, ਇਹ ਚੰਗਾ ਹੋ ਗਿਆ ਤੁਸੀਂ ਪੁੱਛ ਲਿਆ ਇਹ। ਜਦ ਦੇਖੋ ਇਹ ਇੰਪੋਰਟੈਂਟ ਹੈ ਸਾਡੇ ਜਿਹੜੇ ਰੀਅਲਟਰ ਜਾਂ ਰੀਅਲ ਸਟੇਟ ਏਜੰਟ ਸੁਣ ਰਹੇ ਆ ਉਹਨਾਂ ਲਈ ਵੀ, ਤੇ ਜਿਹੜੇ ਲੋਕ ਸੁਣ ਰਹੇ ਜਿਨ੍ਹਾਂ ਨੇ ਘਰ ਵੇਚਣਾ ਜਾਂ ਖਰੀਦਣਾ ਉਹਨਾਂ ਲਈ ਵੀ ਜੀ। ਮੈਜੋਰਿਟੀ ਆਫ ਦਾ ਟਾਈਮ ਦੇਖੋ ਹਰ ਚੀਜ਼ ਤੁਸੀਂ ਜਦੋਂ ਰੀਅਲ ਸਟੇਟ ਦਾ ਲਾਇਸੈਂਸ ਲੈ ਲੈਂਦੇ ਆ, ਉਹ ਜਿਹੜਾ ਸਰਟੀਫਿਕੇਟ ਹੈ ਉਹ ਤੁਹਾਨੂੰ ਨਹੀਂ ਸਿਖਾਉਂਦਾ। ਉਹ ਤੁਹਾਨੂੰ ਅਲਾਓ ਤਾਂ ਕਰਦਾ ਕਿ ਟੂ ਸੈਲ ਰੀਅਲ ਸਟੇਟ,
ਪਰ ਹੌਲੀ ਟਾਈਮ ਨਾਲ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਸਾਲ 2 ਸਾਲ ਦੇ ਵਿੱਚ ਆਪਣੇ ਫੈਲੋ ਏਜੰਟਸ ਤੋਂ ਆਪਣੀਆਂ ਮੀਟਿੰਗਸ ਦੇ ਵਿੱਚੋਂ ਸਿੱਖਦੇ ਹੋ ਬਹੁਤ ਸਾਰੀਆਂ ਚੀਜ਼ਾਂ। ਇਹ ਜਿਹੜੇ ਪ੍ਰੈਕਟੀਕਲ ਫੀਲਡ ਦੀਆਂ ਚੀਜ਼ਾਂ ਨੇ। ਤੁਸੀਂ ਆਪਣੇ ਸੈਲਰ ਨੂੰ ਐਡਵਾਈਜ਼ ਕਰਦੇ ਹੋ ਜਦੋਂ ਘਰ ਲਿਸਟ ਕਰਦੇ ਆ ਕਿ ਭਾਈ ਕੋਈ ਵੀ ਵੈਲਿਊਏਬਲ ਚੀਜ਼ ਹੈ ਜਿਹੜੀ ਉਹ ਤੁਹਾਡੀ ਉੱਪਰ ਕਾਊਂਟਰ ਤੇ ਨਹੀਂ ਹੋਣੀ ਚਾਹੀਦੀ। ਇਟ ਸ਼ੁੱਡ ਬੀ ਸਮਵੇਅਰ ਇਨ ਦਾ ਤੁਹਾਡੇ ਕਬੜਾ ਦੇ ਵਿੱਚ ਹੋਣੀ ਚਾਹੀਦੀ ਹੈ। ਡੂ ਨਾਟ ਲੀਵ ਐਨੀਥਿੰਗ। ਬੇਸ਼ੱਕ ਮੈਜੋਰਿਟੀ ਆਫ ਦਾ ਟਾਈਮ ਇੱਦਾਂ ਦੀ ਘਟਨਾਵਾਂ ਕਦੇ ਹੋਈਆਂ ਨਹੀਂ, ਮੈਂ 25 ਸਾਲ ਦੇ ਵਿੱਚ ਸੁਣਿਆ ਨਹੀਂ ਕਦੇ ਕੋਈ ਚੀਜ਼ ਚੋਰੀ ਹੋ ਗਈ ਹੈ, ਪਰ ਫਿਰ ਵੀ ਐਡਵਾਈਜ਼ ਇਹੀ ਕੀਤਾ ਜਾਂਦਾ ਸੈਲਰ ਨੂੰ। ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਕਿ ਪਰਿਵਾਰ ਕਈ ਵਾਰੀ ਜ਼ਿਆਦਾ ਵੱਡਾ ਹੁੰਦਾ, ਰੀਅਲਟਰ ਕਿੱਥੇ ਕੀ ਕਰੇ, ਦੇਖੋ ਇਹੀ ਚੀਜ਼ ਹੈ ਕਿ ਰੀਅਲਟਰ ਦੀ ਅੱਖ ਜਿਹੜੀ ਹੈ ਨਾ ਉਹ ਕਲਾਇੰਟ ਦੇ ਉੱਪਰ ਹੋਣੀ ਚਾਹੀਦੀ ਹੈ। ਔਰ ਜੇ ਰੀਅਲਟਰ ਪਹਿਲੀ ਗੱਲ ਤਾਂ ਹੈ ਕਿ ਰੀਅਲਟਰ 5-7 ਮਿੰਟ ਜੇ ਪਹਿਲਾਂ ਜਾ ਕੇ ਲਾਈਟਾਂ ਜੇ ਨਹੀਂ ਔਨ ਕੀਤੀਆਂ ਤਾਂ ਔਨ ਕਰ ਦੇਵੇ, ਉਦੋਂ ਬਾਅਦ ਰੀਅਲਟਰ ਕਲਾਇੰਟ ਦੇ ਪਿੱਛੇ ਹੋਣਾ ਚਾਹੀਦਾ। ਕਿਉਂਕਿ ਬਹੁਤੀ ਵਾਰੀ ਕੀ ਹੁੰਦਾ ਤੁਸੀਂ ਮੂਰੇ ਫਟਾਫਟ ਆਪਦਾ ਫੋਨ ਤੇ ਲੱਗੇ ਹੋਏ ਜਾਂ ਟੈਕਸਟ ਮੈਸੇਜ ਕਰ ਰਹੇ ਹੋ, ਕਲਾਇੰਟ ਜਿੱਥੇ ਮਰਜ਼ੀ ਤੁਰਿਆ ਫਿਰਦਾ, ਉਹਨਾਂ ਦੇ ਬੱਚੇ ਸੋਫਿਆਂ ਤੇ ਜੰਪ ਕਰ ਰਹੇ ਆ, ਬੈੱਡ ਤੇ ਜੰਪ ਕਰ ਰਹੇ ਆ, ਘਰ 'ਚ ਕੋਈ ਟੋਏ ਪਏ ਆ ਉਹਨਾਂ ਨੂੰ ਟੱਚ ਕਰ ਰਹੇ ਆ, ਕੋਈ ਟੈਡੀਜ਼ ਨੂੰ ਟੱਚ ਕਰ ਰਹੇ ਆ। ਦਿਸ ਇਜ਼ ਨਾਟ ਵਾਟ ਯੂ ਸਪੋਜ਼ ਟੂ ਡੂ। ਇਹ ਰੀਅਲਟਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਪੇਰੈਂਟਸ ਨੂੰ ਕਹੇ ਕਿ ਪਲੀਜ਼ ਆਪਣੇ ਬੱਚਿਆਂ ਨੂੰ ਕੰਟਰੋਲ ਕਰੋ, ਹੈਂਡਲ ਕਰੋ, ਰਾਈਟ। ਪਲੱਸ ਹੁਣ ਹੋ ਸਕਦਾ ਕਲਾਇੰਟ ਨੇ ਕੋਈ ਡੋਰ ਓਪਨ ਕਰ ਲਈ ਹੈ, ਉਹਨੇ ਬਾਅਦ 'ਚ ਉਹਨੂੰ ਲੌਕ ਨਹੀਂ ਕੀਤਾ, ਰੀਅਲਟਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਿੱਛੇ ਹੋਵੇ ਕਲਾਇੰਟ ਦੇ, ਉਹਨੂੰ ਵਾਚ ਕਰੇ। ਜੇ ਕੋਈ ਡੋਰ ਓਪਨ ਕਰਦਾ ਮੇਕ ਸ਼ੋਰ ਕਰੇ ਕਿ ਉਹ ਸਿਕਿਉਰਡ ਹੈ। ਜੇ ਕਿ ਉਹ ਕਈ ਵਾਰੀ ਹੁਣ ਬਾਹਰ ਕੁਛ ਵੀ ਕਰ ਸਕਦਾ, ਕਈ ਵਾਰੀ ਬਾਹਰ ਆਉਂਦਾ ਉਹ ਵਿੰਡੋ ਜਿਹੜੇ ਬਲਾਈਂਡਸ ਉਹਦੀ ਤਣੀ ਖਿੱਚਦਾ ਜੀ ਸਾਰਾ ਉੱਪਰੋਂ ਚੱਕ ਦਿੰਦਾ, ਉੱਥੇ ਰੀਅਲਟਰ ਜ਼ਿੰਮੇਵਾਰੀ ਕਿ ਬਲਾਈਂਡਸ ਨੂੰ ਪ੍ਰੋਪਰ ਜਿਵੇਂ ਸੀਗਾ ਉਵੇਂ ਕਰਕੇ ਜਾਵੇ, ਨਹੀਂ ਸੈਲਰ ਨੇ ਆ ਕੇ ਕੰਪਲੇਂਟ ਕਰਨੀ ਹੈ ਕਿ ਮੈਂ ਇੱਦਾਂ ਛੱਡ ਕੇ ਨਹੀਂ ਗਿਆ ਸੀ। ਸੋ ਰੀਅਲਟਰ ਦੀ ਬਹੁਤ ਸਾਰੀ ਜ਼ਿੰਮੇਵਾਰੀ ਬਣਦੀ ਹੈ ਕਿ ਬਾਇਰ ਨੂੰ ਗਾਈਡ ਵੀ ਕਰੇ ਤੇ ਬਾਇਰ ਨੂੰ ਵਾਚ ਵੀ ਕਰੇ। ਸੋ ਥੋੜਾ ਜਿਹਾ ਉਹਨੂੰ ਪਹਿਲਾਂ ਘਰ ਦਿਖਾਉਣ ਤੋਂ ਪਹਿਲਾਂ ਉਹਨੂੰ ਕੋਈ ਨਾ ਕੋਈ ਗਾਈਡਲਾਈਨਸ ਦੇ ਦੇਵੇ ਕਿ ਆਪਾਂ ਬਿਲਕੁਲ ਇਸ ਤਰੀਕੇ ਨਾਲ ਰਹਿਣਾ, ਕਿਉਂਕਿ ਕਈ ਵਾਰੀ ਐਕਸਪੀਰੀਅੰਸ ਹੁੰਦਾ ਹੈ ਕਿ ਕਿਸੇ ਰੀਅਲਟਰ ਨਾਲ ਤੁਸੀਂ ਜਾਓ ਤੇ ਉਹ ਪਹਿਲਾਂ ਹੀ ਇਨਸਟਰਕਸ਼ਨ ਦੇ ਦਿੰਦੇ ਨੇ ਕਿ ਤੁਸੀਂ ਇੱਕ ਮੈਂਬਰ ਹੋ, 2 ਮੈਂਬਰ ਹੋ ਜਾਂ ਵੱਡੀ ਫੈਮਿਲੀ ਹੈ, ਸਾਰਿਆਂ ਨੇ ਮੇਰੇ ਨਾਲ ਹੀ ਰਹਿਣਾ। ਵੀ ਇਹ ਨਹੀਂ ਕਿ ਬਈ ਅੱਪਰ ਫਲੋਰ ਦੇ ਉੱਤੇ ਰੀਅਲਟਰ ਕਿਸੇ ਨੂੰ ਘਰ ਦਿਖਾ ਰਿਹਾ ਤੇ ਅੱਧੇ ਮੈਂਬਰ ਜਿਹੜੇ ਨੇ ਬੇਸਮੈਂਟ 'ਚ ਪਹੁੰਚੇ ਹੋਣ। ਜੀ ਬਿਲਕੁਲ। ਉਹ ਫਿਰ ਜਿਹੜਾ ਸੈਲਰ ਹੈ ਉਹ ਕੰਫਰਟੇਬਲ ਨਹੀਂ ਫੀਲ ਕਰਦਾ। ਇਹ ਬਹੁਤ ਇੰਪੋਰਟੈਂਟ ਹੈ ਜੀ। ਹੁਣ ਆਮ ਤੌਰ ਤੇ ਸਾਡੀ ਲੇਡੀਜ਼ ਦਾ ਕੀ ਹੁੰਦਾ ਹੈ, ਕਿਚਨ 'ਚ ਵੜ ਕੇ ਫਿਰ ਕੱਲਾ ਕਲੋਜ਼ਟ ਖੋਲ ਕੇ ਦੇਖਣਾ, ਫਰਿੱਜ ਖੋਲ ਲਈ, ਉਹ ਖੋਲ, ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਗਾਈਡ ਕਰ ਦੇਣਾ ਚਾਹੀਦਾ ਵੀ ਕਿਚਨ ਤਾਂ ਕਿਚਨ ਹੀ ਹੈ, ਉਹਦਾ ਤੁਸੀਂ ਦੇਖ ਲਓ। ਉਹ ਹੁਣ ਬੰਦੇ ਦੀ ਪ੍ਰਾਈਵੇਸੀ ਆ, ਉਹਦੇ 'ਚ ਕੀ ਪਿਆ ਕਬੜਾਂ ਦੇ ਵਿੱਚ, ਫਰਿੱਜ 'ਚ ਖੋਲ ਕੇ ਦੇਖਣਾ ਕੋਈ ਜ਼ਰੂਰੀ ਨਹੀਂ ਹੈਗਾ, ਹੈ ਨਾ। ਤੇ ਜਦੋਂ ਤੁਸੀਂ ਫਾਈਨਲ ਇੰਸਪੈਕਸ਼ਨ ਕਰਾਉਣੀ ਹੈ ਉਦੋਂ ਤੁਸੀਂ ਦੇਖ ਸਕਦੇ ਹੋ ਜੀ। ਸੋ ਥੋੜਾ ਜਿਹਾ ਹੁਣ ਆਪਾਂ ਫਾਈਨਲ ਇੰਸਪੈਕਸ਼ਨ ਦਾ ਵਰਡ ਤੁਸੀਂ ਯੂਜ਼ ਕੀਤਾ ਹੀ ਹੈ। ਜਦੋਂ ਤੁਸੀਂ ਸਮਝ ਲਓ ਕਿ ਘਰ ਹੁਣ ਆਪਾਂ ਖਰੀਦਣ ਵਾਲੇ ਪਾਸੇ ਨੂੰ ਥੋੜਾ ਜਿਹਾ ਗੱਲਾਂ ਬਾਤਾਂ ਜਾਣ ਲੈਂਦੇ ਜੀ ਤੁਹਾਡੇ ਤੋਂ ਕਿ ਕਿਹੜੀਆਂ ਗੱਲਾਂ ਜਿਹੜੀਆਂ ਹੁਣ ਸੈਲਰ ਨੂੰ ਤੁਸੀਂ ਕੁਝ ਐਡਵਾਈਸ ਕਰਤਾ, ਜੇਕਰ ਹੋਰ ਚੇਤੇ ਆ ਗਿਆ ਆਪਾਂ ਅੱਗੇ ਉਹ ਵੀ ਕਰ ਲਵਾਂਗੇ। ਹੁਣ ਖਰੀਦਣ ਵਾਲੇ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜੀ? ਖਰੀਦਣ ਵਾਲੇ ਨੂੰ ਦੇਖੋ, ਇੱਕ ਤਾਂ ਸਭ ਤੋਂ ਪਹਿਲਾਂ ਤਾਂ ਖਰੀਦਣ ਵਾਲੇ ਨੂੰ ਇਹ ਚਾਹੀਦਾ ਕਿ ਆਪਣੇ ਬੈਂਕ ਕੋਲੇ ਜਾਂ ਆਪਣੇ ਮੌਰਗੇਜ ਬ੍ਰੋਕਰ ਕੋਲੇ ਜਾਵੇ। ਅੱਛਾ ਜੀ। ਉਹ ਦੇਖੇ ਕਿ ਉਹਦਾ ਬਜਟ ਕੀ ਹੈ, ਮੈਂ ਪੈਰ ਕਿੰਨੇ ਕੁ ਪਸਾਰਨੇ ਆ, ਹਾਂ ਵੀ ਮੇਰਾ ਬਜਟ ਕੀ ਹੈ, ਬੇਸਡ ਔਨ ਉਹਦੀ ਇਨਕਮ ਦੇ ਹਿਸਾਬ ਨਾਲ ਉਹ ਕਿੱਥੋਂ ਤੱਕ ਉਹ ਘਰ ਲੈ ਸਕਦਾ ਜੀ। ਹੁਣ ਲੈਣ ਨੂੰ ਤਾਂ ਹਰ ਬੰਦੇ ਦਾ ਘਰ ਵੱਡਾ ਜੀ ਕਰਦਾ, ਪਰ ਜੇ ਹੁਣ ਉਹ ਘਰ 6 ਲੱਖ ਦਾ ਦੇਖੀ ਜਾਂਦਾ ਜਾਂ 7 ਲੱਖ ਦਾ ਦੇਖੀ ਜਾਂਦਾ, ਉਹਦੀ ਇਨਕਮ ਦੇ ਹਿਸਾਬ ਨਾਲ ਉਹ ਕੁਆਲੀਫਾਈ 4 ਲੱਖ ਲਈ ਕਰ ਰਿਹਾ, ਤਾਂ ਉਹ ਇੱਕ ਤਾਂ ਉਹਨੂੰ ਡਿਸਅਪੁਆਇੰਟਮੈਂਟ ਹੋਊਗੀ ਜੀ, ਇੱਕ ਉਹਦਾ ਆਪਣਾ ਟਾਈਮ ਵੇਸਟ ਹੋਊਗਾ, ਪਲੱਸ ਰੀਅਲਟਰ ਦਾ ਟਾਈਮ ਵੇਸਟ ਹੋਊਗਾ। ਸਭ ਤੋਂ ਪਹਿਲਾਂ ਮੌਰਗੇਜ ਬ੍ਰੋਕਰ ਜਾਂ ਬੈਂਕ ਕੋਲ ਜਾ ਕੇ ਪ੍ਰੀ ਅਪਰੂਵ ਕਰਾਓ ਆਪਣੇ ਆਪ ਨੂੰ ਕਿ ਮੈਂ ਕਿੰਨੇ ਪਰਚੇਜ਼ ਪ੍ਰਾਈਸ ਦੇ ਲਈ ਕੁਆਲੀਫਾਈ ਕਰਦਾ, ਇਨਕਲੂਡਿੰਗ ਡਾਊਨ ਪੇਮੈਂਟ। ਉਦੋਂ ਬਾਅਦ ਫਿਰ ਤੁਸੀਂ ਆਪਣੇ ਪ੍ਰੋਫੈਸ਼ਨਲ ਰੀਅਲ estate ਏਜੰਟ ਨੂੰ ਜਿਹੜਾ ਵੀ ਹੈਗਾ ਤੁਹਾਡਾ, ਉਹਨੂੰ ਤੁਸੀਂ ਕਹਿ ਸਕਦੇ ਕਿ ਦਿਸ ਇਜ਼ ਵਾਟ ਮਾਈ ਨੀਡਸ, ਆ ਮੇਰੀ ਰਿਕੁਆਇਰਮੈਂਟਸ ਹੈਗੀਆਂ ਨੇ, ਇੰਨੇ ਕੁ ਮੈਨੂੰ ਬੈਡਰੂਮ ਚਾਹੀਦੇ ਨੇ, ਐਡਾ ਕੁ ਮੈਨੂੰ ਸਾਈਜ਼ ਘਰ ਦਾ ਚਾਹੀਦਾ, ਆ ਮੇਰਾ ਬਜਟ ਹੈ, ਮੈਨੂੰ ਟਰਾਂਸਪੋਰਟੇਸ਼ਨ ਨੇੜੇ ਚਾਹੀਦੀ ਹੈ ਜਾਂ ਮੈਨੂੰ ਸਕੂਲ ਨੇੜੇ ਚਾਹੀਦਾ ਕਿ ਨਹੀਂ ਚਾਹੀਦਾ, ਉਹ ਦੱਸ ਦਿਓ। ਆਪਣੇ ਨੇਬਰਹੁੱਡ ਦੱਸ ਦਿਓ ਕਿੱਥੇ ਕਿੱਥੇ ਸਰਚ ਚਾਹੀਦੀ ਕਰਨੀ, ਉਹਦੇ ਵਿੱਚ ਸਰਚ ਕਰਕੇ ਫਿਰ ਤੁਹਾਨੂੰ ਤੁਹਾਡਾ ਰੀਅਲਟਰ ਘਰ ਦਿਖਾਊਗਾ। ਉਦੋਂ ਬਾਅਦ ਜੇ ਤੁਹਾਨੂੰ ਘਰ ਪਸੰਦ ਆ ਜਾਂਦਾ ਫਿਰ ਆਬਵੀਅਸਲੀ ਨੈਗੋਸ਼ੀਏਸ਼ਨ ਹੁੰਦੀ ਹੈ। ਨੈਗੋਸ਼ੀਏਟ ਹੋਣ ਤੋਂ ਬਾਅਦ ਅੱਜ ਕੱਲ੍ਹ ਬਹੁਤ ਸਾਰੇ ਸਾਲਾਂ ਤੋਂ ਇਨਸਪੈਕਸ਼ਨ, ਜਿਹੜੀ ਪ੍ਰਾਪਰਟੀ ਇਨਸਪੈਕਸ਼ਨ ਜਿਹਨੂੰ ਅਸੀਂ ਕਹਿੰਦੇ ਆ, ਉਹ ਮੋਸਟ ਆਫ ਦਾ ਟਾਈਮ ਅਸੀਂ ਰਿਕਮੈਂਡ ਕਰਦੇ ਹਾਂ ਵੀ ਕਰਵਾਓ। ਰੀਅਲ estate ਬੋਰਡ ਵੀ ਚਾਹੁੰਦਾ ਕਿ ਬਾਇਰ ਨੂੰ ਤੁਸੀਂ ਬਾਇਰ ਨੂੰ ਰਿਕਮੈਂਡ ਕਰੋ, ਤਾਂ ਕਿ ਹਾਲਾਂਕਿ
ਹੋਮ ਇਨਸਪੈਕਟਰ ਜਿਹੜਾ ਹੈਗਾ, ਹੁਣ ਇੱਕੋ ਬੰਦਾ ਸਾਰੇ ਟ੍ਰੇਡਸ ਦਾ ਮਾਸਟਰ ਤਾਂ ਨਹੀਂ ਹੋ ਸਕਦਾ, ਪਰ ਫਿਰ ਵੀ ਤੁਹਾਨੂੰ ਕੋਈ ਮੇਜਰ ਉਹਦੇ ਵਿੱਚ ਡੈਫੀਸ਼ੀਐਂਸੀ ਹੈਗੀ ਹੈ ਤਾਂ ਉਹ ਪਤਾ ਲੱਗ ਜਾਂਦਾ ਹੈ। ਮੇਜਰ ਡੈਫੀਸ਼ੀਐਂਸੀ ਖਾਸ ਕਰਕੇ ਰੂਫਿੰਗ ਹੈ, ਹੀਟਿੰਗ ਸਿਸਟਮ ਹੈ, ਇਲੈਕਟ੍ਰੀਕਲ ਸਿਸਟਮ ਹੈ, ਪਲੰਬਿੰਗ ਸਿਸਟਮ ਹੈ, ਜਾਂ ਤੁਹਾਡੀ ਫਾਊਂਡੇਸ਼ਨ ਹੈ। ਹੁਣ ਜੇ ਕੋਈ, ਕਿਉਂਕਿ ਉਹਨਾਂ ਕੋਲੇ ਇਕਵਿਪਮੈਂਟ ਹੁੰਦੇ ਆ ਹੋਮ ਇੰਸਪੈਕਟਰਾਂ ਕੋਲੇ, ਜਿਹੜੇ ਚੈੱਕ ਕਰ ਲੈਂਦੇ ਕੋਈ ਇੱਥੇ ਕਿਤੇ ਮੋਇਸਚਰ ਤਾਂ ਨਹੀਂ ਹੈਗਾ, ਜੇ ਮੋਇਸਚਰ ਹੈਗਾ ਤਾਂ ਕਿਉਂ ਹੈਗਾ, ਕੀ ਕੋਈ ਫਾਊਂਡੇਸ਼ਨ ਲੀਕੇਜ ਹੈ ਜਾਂ ਕੋਈ ਫਾਊਂਡੇਸ਼ਨ ਕ੍ਰੈਕ ਹੈ। ਸੋ ਉਸ ਤੋਂ ਬਾਅਦ ਫਿਰ ਫਰਦਰ ਉਹਦੀ ਇਨਵੈਸਟੀਗੇਸ਼ਨ ਕੀਤੀ ਜਾ ਸਕਦੀ ਹੈ। ਸੋ ਜੇ ਹੋਮ ਇਨਸਪੈਕਸ਼ਨ ਦੇ ਵਿੱਚ ਜਿਹੜੀਆਂ ਛੋਟੀਆਂ ਮੋਟੀਆਂ ਡੇਲੀ ਵੇਅਰ ਐਂਡ ਟੇਅਰ ਨਹੀਂ ਕਾਊਂਟ ਕੀਤੀਆਂ ਜਾਂਦੀਆਂ, ਜਿਹੜੇ ਖਰਚੇ ਨੇ ਉਹ ਦੱਸਦੇ ਜਾਂਦੇ ਨੇ। ਹਾਂਜੀ, ਹੁਣ ਜੇ ਹੋਮ ਇਨਸਪੈਕਸ਼ਨ 95% ਕਲੀਨ ਹੈ ਤਾਂ ਫਿਰ ਤੁਸੀਂ ਉਹਦੀ ਕੰਡੀਸ਼ਨ ਰਿਮੂਵ ਕਰ ਸਕਦੇ ਹੋ। ਜੇ ਉਹਦੇ ਵਿੱਚ ਕੋਈ ਡੈਫੀਸ਼ੀਐਂਸੀਜ਼ ਹੈਗੀਆਂ ਨੇ ਜਿਹੜੀਆਂ ਕਿ ਤੁਹਾਨੂੰ ਹੋ ਸਕਦਾ 5 ਜਾਂ 10,000 ਕਾਸਟ ਕਰਦੀਆਂ, ਤੁਸੀਂ ਆਪਸ਼ਨ ਆ ਤੁਹਾਡੇ ਕੋਲੇ ਟੂ ਰੀਨੈਗੋਸ਼ੀਏਟ ਦਾ ਪ੍ਰਾਈਸ। ਤੁਸੀਂ ਆਪਣੇ ਰੀਅਲਟਰ ਨੂੰ ਕਹਿ ਸਕਦੇ ਆ ਕਿ ਅਸੀਂ ਤਾਂ ਲਵਾਂਗੇ ਜੇ 10,000 ਦਾ ਡੈਮੇਜ ਆ ਕੇ ਸਾਨੂੰ 5,000 ਕੰਪਨਸੇਟ ਕੀਤਾ ਜਾਵੇ। ਉਹ ਡਿਪੈਂਡ ਕਰਦਾ ਸੈਲਰ ਤੇ, ਉਹਦਾ ਮੰਨਦਾ ਕਿ ਨਹੀਂ ਮੰਨਦਾ। ਸੈਲਰ ਇਹ ਵੀ ਕਹਿ ਸਕਦਾ ਮੈਨੂੰ ਤਾਂ ਕੋਈ ਇਸ਼ੂ ਹੈ ਨਹੀਂਗਾ, ਮੈਂ ਨਹੀਂ ਪ੍ਰਾਈਸ ਕੱਟ ਕਰਨੀ। ਫਿਰ ਬਾਹਰ ਕੋਲੇ ਚੁਆਇਸ ਇਹ ਹੈ ਕਿ ਕੀ ਉਹ ਉਸੇ ਤਰ੍ਹਾਂ ਲੈਣਾ ਚਾਹੁੰਦਾ ਕਿ ਜਾਂ ਹੀ ਵਾਂਟ ਟੂ ਵਾਕ ਅਵੇ। ਠੀਕ ਹੈ, $400 ਤੁਹਾਡਾ ਖਰਚ ਹੋ ਗਿਆ ਹੋਮ ਇਨਸਪੈਕਸ਼ਨ ਤੇ, ਪਰ ਤੁਸੀਂ ਸੈਟਿਸਫਾਈਡ ਹੋ, ਹੋਮ ਇਨਸਪੈਕਸ਼ਨ ਤੋਂ ਕੰਡੀਸ਼ਨ ਰਿਮੂਵ ਕਰ ਦਿਓ। ਨਹੀਂ ਸੈਟਿਸਫਾਈਡ, ਤੁਸੀਂ ਇਹ ਸਮਝ ਲਓ ਵੀ 400 ਖਰਾਬ ਹੋਇਆ ਪਰ ਮੈਂ ਘਰ ਨਹੀਂ ਲੈਣਾ। ਅਸੀਂ ਆਪਣੇ ਪੰਜਾਬੀ ਨੈਸ਼ਨਲ ਦੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਡੈਨ ਸਿੱਧੂ ਜੀ ਨਾਲ ਗੱਲਬਾਤ ਕਰ ਰਹੇ ਹਾਂ, ਰੀਅਲ ਸਟੇਟ ਦੇ ਖੇਤਰ ਬਾਰੇ ਉਹਨਾਂ ਤੋਂ ਜਾਣਕਾਰੀ ਲੈ ਰਹੇ ਹਾਂ ਅਤੇ ਇੱਕ ਬ੍ਰੇਕ ਲੈਂਦੇ ਹਾਂ ਤੇ ਫਿਰ ਵਾਪਸ ਪਰਤਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਦੇ ਉੱਤੇ ਦਾ ਰਣਜੀਤ ਸਿੱਧੂ ਸ਼ੋਅ ਲੈ ਕੇ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਗੱਲਬਾਤ ਚੱਲ ਰਹੀ ਹੈ ਜੀ ਡੈਨ ਸਿੱਧੂ ਜੀ ਨਾਲ, ਰੀਅਲ ਸਟੇਟ ਦੇ ਖੇਤਰ ਬਾਰੇ ਕੁਝ ਜਾਣਕਾਰੀਆਂ ਉਹਨਾਂ ਤੋਂ ਲੈ ਰਹੇ ਹਾਂ। ਸਿੱਧੂ ਸਾਹਿਬ, ਕਾਫੀ ਗੱਲਾਂ ਬਾਤਾਂ ਆਪਾਂ ਕਰ ਚੁੱਕੇ ਹਾਂ, ਕੁਝ ਹੋਰ ਸਵਾਲ ਮਨ ਦੇ ਵਿੱਚ ਆ ਰਹੇ ਨੇ। ਆਪਾਂ ਹੁਣ ਬਾਇਰ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਉਸਨੇ ਘਰ ਖਰੀਦਣਾ ਤਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਜੀ। ਘਰ ਨੂੰ ਬਾਇਰ ਨੇ ਚੰਗੀ ਤਰ੍ਹਾਂ ਦੇਖ ਲਿਆ, ਸਾਫ਼ ਲੱਗ ਗਿਆ, ਪਸੰਦ ਆ ਗਿਆ, ਜਿਵੇਂ ਤੁਸੀਂ ਦੱਸਿਆ ਕਿ ਕੁਝ ਨਾ ਕੁਝ ਜਿਹੜੀਆਂ ਨੇ ਉਹ ਕੰਡੀਸ਼ਨਸ ਪਾਈਆਂ ਜਾ ਸਕਦੀਆਂ ਨੇ, ਪਰ ਕਈ ਵਾਰੀ ਸਵਾਲ ਦਿਮਾਗ ਦੇ ਵਿੱਚ ਆ ਜਾਂਦਾ ਕਿ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਇਲੀਗਲ ਐਕਟੀਵਿਟੀ ਤਾਂ ਨਹੀਂ ਹੋਈ, ਕਿਸੇ ਨੇ ਮੈਰੀਜੂਆਨਾ ਤਾਂ ਨਹੀਂ ਉਗਾਇਆ ਹੋਇਆ। ਉਹ ਚੀਜ਼ਾਂ ਕਿੱਦਾਂ ਚੈੱਕ ਕੀਤੀਆਂ ਜਾ ਸਕਦੀਆਂ ਨੇ ਤੇ ਕਿੰਨਾ ਕੁ ਬੁਰਾ ਪ੍ਰਭਾਵ ਘਰ ਤੇ ਪਾ ਸਕਦੀਆਂ ਨੇ? ਬਹੁਤ ਅਗੇਨ ਗੁੱਡ ਕੁਐਸਚਨ। ਇਹ ਪ੍ਰਭਾਵ ਜਿਹੜਾ ਹੈਗਾ ਮੈਰੀਜੂਆਨਾ ਗਰੋ ਅਪ ਲੀਗਲਾਈਜ਼ ਕਰਨ ਤੋਂ ਪਹਿਲਾਂ ਤਾਂ ਬਿਗ ਇਸ਼ੂ ਸੀਗਾ ਜੀ, ਹਾਲੇ ਵੀ ਸਟਿਲ ਇਸ਼ੂ ਹੈ ਜੀ, ਪਰ ਹੁਣ ਕਿਉਂਕਿ 4 ਪਲਾਂਟ ਤੁਹਾਨੂੰ ਅਲਾਓ ਕਰ ਦਿੱਤਾ, ਥੋੜਾ ਜਿਹਾ ਟ੍ਰਿਕੀ ਕੁਐਸਚਨ ਹੋ ਗਿਆ, ਟ੍ਰਿਕੀ ਇਸ਼ੂ ਹੋ ਗਿਆ। ਪਰ ਇਸ ਤੋਂ ਪਹਿਲਾਂ ਜਿਹੜਾ ਹੁੰਦਾ ਸੀਗਾ, ਜੇ ਮੈਰੀਜੂਆਨਾ ਗਰੋ ਅਪ ਘਰ ਹੈਗਾ ਹੈ, ਪਹਿਲਾਂ ਤਾਂ ਸਾਨੂੰ ਐਜ਼ ਏ ਲਿਸਟਿੰਗ ਏਜੰਟ ਡਿਸਕਲੋਜ਼ ਕਰਨਾ ਪੈਂਦਾ ਕਿ ਦਿਸ ਇਜ਼ ਏ, ਜੇ ਤਾਂ ਉਹ ਰੈਮੀਡੀਏਟ ਹੋਇਆ ਵਾ, ਗਰੋ ਅਪ ਘਰ ਸੀਗਾ, ਕਿਸੇ ਨੇ ਲੈ ਕੇ ਉਹਨੂੰ ਐਜ਼ ਪਰ ਦਾ ਅਲਬਰਟਾ ਹੈਲਥ ਸਰਵਿਸਿਜ਼ ਉਹਦੀ ਰੈਮੀਡੀਏਸ਼ਨ ਕਰਤੀ ਹੈ, ਤੇ ਉਸ ਤੋਂ ਬਾਅਦ ਅਲਬਰਟਾ ਹੈਲਥ ਸਰਵਿਸਿਜ਼ ਨੇ ਕਹਿ ਤਾ ਕਿ ਯੈਸ ਨਾਓ ਇਹਦੀ ਏਅਰ ਕੁਆਲਿਟੀ ਠੀਕ ਹੈ, ਇਹ ਘਰ ਲਿਵੇਬਲ ਹੈ, ਫਿਰ ਤਾਂ ਉਹਨੂੰ ਐਜ਼ ਇਹ ਪਾਇਆ ਜਾਂਦਾ ਹੈ ਲਿਸਟਿੰਗ ਦੇ ਵਿੱਚ ਕਿ ਦਿਸ ਇਜ਼ ਏ ਫਾਰਮਰ ਗਰੋ ਅਪ ਹਾਊਸ ਬਟ ਫੁੱਲੀ ਰੈਮੀਡੀਏਟਡ ਐਂਡ ਆਲ ਦਾ ਅਲਬਰਟਾ ਹੈਲਥ ਸਰਵਿਸਿਜ਼ ਡਾਕੂਮੈਂਟ ਵਿਲ ਬੀ ਪ੍ਰੋਵਾਈਡਡ ਜੀ। ਪਰ ਉਹਦੇ ਵਿੱਚ ਹੁਣ ਇਸ਼ੂ ਇਹ ਆ ਜਾਂਦਾ ਹੈ ਕਿ ਬਹੁਤ ਸਾਰੀਆਂ ਬੈਂਕਾਂ ਉੱਤੇ ਫਾਈਨੈਂਸਿੰਗ ਨਹੀਂ ਕਰਦੀਆਂ, ਸਿਰਫ 1-2 ਬੈਂਕਾਂ ਹੀ ਫਾਈਨਾਂਸ ਕਰਦੀਆਂ ਸੀਗੀਆਂ, ਬਾਕੀ ਕੋਈ ਬੈਂਕ ਜਿਹੜੀ ਹੈਗੀ ਹੈ ਮੈਰੀਜੂਆਨਾ ਗਰੋਪ ਵਾਲੇ ਘਰ ਨੂੰ ਬੇਸ਼ੱਕ ਉਹ ਰੈਮੀਡੀਏਟ ਕੀਤਾ ਹੋਇਆ, ਅੱਛਾ ਜੀ, ਉਹਨੂੰ ਟੱਚ ਹੀ ਨਹੀਂ ਕਰਦੇ। ਹੁਣ ਇਹ ਤੇ ਮੈਂ ਸਾਡੇ ਬੋਰਡ ਨਾਲ ਵੀ ਕਈ ਵਾਰੀ ਇਹ ਚੀਜ਼ ਤੇ ਬਹਿਸ ਵੀ ਕਰਦੇ ਰਹੇ ਹਾਂ ਮੀਟਿੰਗਾਂ ਦੇ ਵਿੱਚ, ਵੀ ਜਦੋਂ ਘਰ ਰੈਮੀਡੀਏਟ ਹੀ ਹੋ ਗਿਆ, ਇੱਕ ਗਵਰਨਮੈਂਟ ਦੀ ਅਥਾਰਟੀ ਕਹਿ ਰਹੀ ਹੈ ਕਿ ਏਅਰ ਕੁਆਲਿਟੀ ਟੈਸਟ ਇਜ਼ ਡਨ, ਘਰ ਇਜ਼ ਲਿਵੇਬਲ ਨਾਓ, ਹਾਊਸ ਇਜ਼ ਗੁੱਡ, ਤੇ ਦੈਨ ਫਿਰ ਉਹ ਸਾਨੂੰ ਬੈਂਕਾਂ ਨੂੰ ਕੀ ਇਸ਼ੂ ਹੈ? ਪਲੱਸ ਜੇ ਉਦੋਂ ਤੁਸੀਂ ਹੁਣ ਲੈ ਵੀ ਲਿਆ, ਉਦੋਂ ਬਾਅਦ ਫਿਰ ਦੁਬਾਰਾ ਫਿਰ ਉਹਨੂੰ ਤੁਸੀਂ ਡਿਸਕਲੋਜ਼ ਕਰਨਾ ਕਿ ਦਿਸ ਇਜ਼ ਫਾਰਮਰ ਗਰੋ ਅਪ, ਫਿਰ ਬਾਰ-ਬਾਰ ਡਿਸਕਲੋਜ਼ ਕਰਨ ਦੀ ਕੀ ਜ਼ਰੂਰਤ ਹੈ? ਪਰ ਇਹ ਕਰਨਾ ਪੈਂਦਾ ਜੀ। ਈਵਨ ਐਜ਼ ਏ ਬਾਇਰ ਅੱਜ ਕੰਜ਼ਿਊਮਰ ਜਿਹੜਾ ਹੈਗਾ ਉਹ ਗੂਗਲ ਸਰਚ ਵੀ ਕਰ ਸਕਦਾ, ਤੁਸੀਂ ਐਡਰੈਸ ਪਾਓਗੇ 99.9% ਗੂਗਲ ਤੇ ਆ ਜਾਣਾ ਕਿ ਇਹ ਘਰ ਗਰੋ ਅਪ ਹਾਊਸ ਹੈ, ਉਹ ਵੀ ਸਰਚ ਕਰ ਸਕਦੇ ਹੋ। ਪਹਿਲਾਂ ਸਾਡੀ ਸਾਈਟਸ ਵੀ ਹੁੰਦੀਆਂ ਸੀਗੀਆਂ ਰੀਅਲ ਸਟੇਟ ਬੋਰਡ ਦੀਆਂ, ਉਹ ਤੇ ਸਾਈਟ ਤੇ ਸਾਰੇ ਘਰ ਪਾਏ ਹੁੰਦੇ ਸੀ ਕਿਹੜੇ ਕਿਹੜੇ ਘਰ ਗਰੋ ਅਪ ਵਾਲੇ ਘਰ ਹੈ, ਤੇ ਜਿਹੜੇ ਘਰ ਰੈਮੀਡੀਏਟ ਨਹੀਂ ਕੀਤੇ ਹੁੰਦੇ ਉਹ ਆਬਵੀਅਸਲੀ ਉਹਨੂੰ ਕੋਈ
ਆਮ ਕਸਟਮਰ ਨਹੀਂ ਲੈਂਦਾ, ਉਹਨੂੰ ਉਹੀ ਬੰਦਾ ਲੈਂਦਾ ਜਿਹੜਾ ਟ੍ਰੇਡਸਮੈਨ ਜਾਂ ਤਾਂ ਉਹਨੇ ਰੈਮੀਡੀਏਟ ਕਰ ਸਕਦਾ ਆਪ, ਜਾਂ ਫਿਰ ਕੋਈ ਜਿਹੜਾ ਹੈਗਾ ਇਨਵੈਸਟਰ ਹੈ ਜਿਹਦੇ ਕੋਲੇ ਪੈਸੇ ਹੈਗੇ ਉਹ ਰੈਮੀਡੀਏਟ ਕਰਕੇ ਬਾਅਦ 'ਚ ਉਹਨੇ ਵੇਚਣਾ। ਹੁਣ ਰੈਮੀਡੀਏਸ਼ਨ ਵੀ ਇੱਕ ਬੜਾ ਇਹ ਡਿਫੀਕਲਟ ਜਿਹਾ ਇਸ਼ੂ ਹੈ। ਪਲਾਂਟ ਚਾਹੇ ਤੁਸੀਂ 5 ਲਾਏ ਹੈ, ਚਾਹੇ ਤੁਸੀਂ 50 ਲਾਏ ਹੈ, ਤੇ ਰੈਮੀਡੀਏਸ਼ਨ ਦਾ ਪ੍ਰੋਸੈਸ ਉਹੀ ਹੈ ਜੀ। ਤੁਸੀਂ ਇੰਨੀ ਡਰਾਈ ਵਾਲ ਥੱਲੋਂ ਕੱਟੋ ਜੀ, ਫਿਰ ਇੰਸੂਲੇਸ਼ਨ ਕੱਢੋ ਜੀ, ਨਵੀਂ ਇੰਸੂਲੇਸ਼ਨ ਪਾਓ ਜੀ, ਉਹਨੂੰ ਵੁੱਡ ਨੂੰ ਵਾਸ਼ ਕਰੋ ਤੇ ਇਹ ਕਰੋ, 에ਅਰ ਕੁਆਲਿਟੀ ਟੈਸਟ ਕਰਾਓ, ਸੇਮ ਪ੍ਰੋਸੈਸ ਹੈ। ਸੇਮ ਪ੍ਰੋਸੈਸ ਚਲਾਉਣਾ ਹਾਂਜੀ, ਕਾਫੀ ਮਹਿੰਗਾ ਹੋਏਗਾ ਜੀ। ਕਾਫੀ ਮਹਿੰਗਾ, ਡਿਪੈਂਡ ਕਰਦਾ 50 ਤੋਂ 60-70 ਹਜ਼ਾਰ ਘਰ ਦੇ ਡਿਪੈਂਡ ਕਰਦਾ ਕਿੱਡਾ ਵੱਡਾ। ਹੁਣ ਜੇ ਬਿਗ ਆਪਰੇਸ਼ਨ ਹੈ, ਹੁਣ ਅਸੀਂ ਕਈ ਘਰ ਮੈਰੋਵਾਨਾ ਗਰੁੱਪ ਵਾਲੇ ਜਿਨ੍ਹਾਂ 'ਚ ਹਿਊਜ ਆਪਰੇਸ਼ਨ ਹੋਏ ਹੋਏ ਸੀਗੇ, 500 600 ਪੋਟ, ਘਰ ਫੁੱਲ ਵਿਦ ਵਾਇਰਸ ਐਂਡ ਪੋਟਸ, ਉਹ ਲੈ ਕੇ ਅਸੀਂ ਤਾਂ ਡਿਮੋਲਿਸ਼ ਕਰਕੇ ਘਰ ਨਵੇਂ ਬਣਾਤੇ ਜੀ। ਰਾਈਟ, ਇਹ ਵੀ ਕੋਈ ਵੈਸੇ ਮਨ ਦੇ ਵਿੱਚ ਕੁਐਸਚਨ ਆਇਆ ਕਿ ਇੱਕ ਤਾਂ ਹੋ ਗਿਆ ਕਿ ਮੈਰੋਵਾਨਾ ਘਰ ਦੇ ਵਿੱਚ ਗਾਇਆ, ਕੋਈ ਹੋਰ ਵੀ ਜੇਕਰ ਕੋਈ ਉਹਦੇ ਵਿੱਚ ਇਲੀਗਲ ਐਕਟੀਵਿਟੀ ਇਦਾਂ ਦੀ ਹੋਈ ਹੈ ਜਿਹੜੀ ਕਿ ਘਰ ਦੇ ਉੱਤੇ ਲਿਸਟ ਕਰਨ ਸਮੇਂ ਰੀਅਲਟਰ ਨੂੰ ਜਾਂ ਸੈਲਰ ਨੂੰ ਲਿਸਟ ਕਰਨੀ ਚਾਹੀਦੀ ਹੈ, ਜਾਂ ਉਹਦੇ ਘਰ ਦੇ ਵਿੱਚ ਕੋਈ ਬੰਦਾ ਹੀ ਇਸ ਤਰ੍ਹਾਂ ਦੀ ਬਿਮਾਰੀ ਨਾਲ ਪੀੜਤ ਰਿਹਾ ਹੋਵੇ, ਇਸ ਤਰ੍ਹਾਂ ਦੀ ਕੋਈ ਚੀਜ਼ ਜੀ? ਦੇਖੋ, ਜੇ ਤਾਂ ਘਰ ਦੇ ਵਿੱਚ ਕੋਈ ਡੈਥ ਦਾ ਇਸ਼ੂ ਹੈਗਾ, ਜੇ ਨੈਚੁਰਲ ਡੈਥ ਹੋਈ ਹੈ ਉਹ ਕੋਈ ਇਸ਼ੂ ਨਹੀਂ ਹੈਗਾ। ਹਾਂ, ਜੇ ਘਰ 'ਚ ਕਿਸੇ ਨੇ ਕੋਈ ਸੁਸਾਈਡ ਕੀਤਾ ਹੋਇਆ ਜਾਂ ਕੋਈ ਮਰਡਰ ਹੋਇਆ ਤੇ ਸੈਲਿੰਗ ਏਜੰਟ, ਲਿਸਟਿੰਗ ਏਜੰਟ ਨੂੰ ਉਹਦੀ ਨੌਲੇਜ ਹੈਗੀ ਹੈ, ਤਾਂ ਉਹ ਸੈਲਰ ਦੀ ਕੰਸੈਂਟ ਦੇ ਨਾਲ ਉਹ ਡਿਸਕਲੋਜ਼ ਕਰੂਗਾ ਕਿ ਇੱਥੇ ਸੁਸਾਈਡ ਹੋਇਆ ਵਾ, ਉਹਨੂੰ ਲਿਸਟਿੰਗ ਦੇ ਵਿੱਚ ਵੀ ਬਕਾਇਦਾ ਪਾਉਣਾ ਪਊਗਾ, ਜਾਂ ਇੱਥੇ ਮਰਡਰ ਹੋਇਆ, ਉਹ ਗਾਹਾਂ ਫਿਰ ਅਗਲੇ ਦੀ ਮਰਜ਼ੀ ਹੈ ਕਿ ਲੈਣਾ ਕਿ ਨਹੀਂ ਲੈਣਾ। ਰਾਈਟ, ਹਾਂ, ਜੇ ਕੋਈ ਬਿਮਾਰੀ, ਹੁਣ ਕੋਈ ਕੈਂਸਰ ਪੀੜਤ ਹੈ ਜਾਂ ਕੋਈ, ਉਹ ਕੋਈ ਇਸ਼ੂ ਨਹੀਂ ਹੈਗਾ, ਕਿਉਂਕਿ ਤਾਂ ਇੱਕ ਨਾਰਮਲ ਸਾਰਿਆਂ ਨੂੰ ਪਤਾ ਕਿ ਕੈਂਸਰ ਹੋ ਸਕਦੀ ਹੈ, ਕਿਸੇ ਨੂੰ ਹੋ ਸਕਦੀ ਹੈ ਇੱਦਾਂ ਦੀ ਬਿਮਾਰੀ। ਹਾਂ, ਜੇ ਕੋਈ ਨੈਚੁਰਲ ਡੈਥ ਹੋਈ ਹੈ ਤਾਂ ਫਿਰ ਕੋਈ ਨੈਚੁਰਲ ਡੈਥ ਦਾ ਕੋਈ ਇਸ਼ੂ ਨਹੀਂ ਹੈਗਾ। ਓਨਲੀ ਜੇ ਸੁਸਾਈਡ ਜਾਂ ਕੋਈ ਮਰਡਰ ਹੋਇਆ ਤਾਂ ਉਹ ਡਿਸਕਲੋਜ਼ ਕਰਨਾ ਪੈ ਸਕਦਾ ਜੇ ਉਹ ਰੀਅਲਟਰ ਨੂੰ ਪਤਾ ਹੈ। ਜੇ ਹੁਣ ਰੀਅਲਟਰ ਨੂੰ ਦੱਸਦਾ ਹੀ ਨਹੀਂ ਸੈਲਰ ਕੁਝ, ਫਿਰ ਰੀਅਲਟਰ ਕੁਝ ਨਹੀਂ ਕਰ ਸਕਦਾ ਜੀ। ਕਈ ਵਾਰੀ ਜਿਹੜੇ ਆਪਣੇ ਘਰ ਨੇ, ਆਪਾਂ ਉਹਨਾਂ ਨੂੰ ਐਜ਼ ਅ ਬਿਜ਼ਨਸ ਰਜਿਸਟਰਡ ਕਰ ਲੈਂਦੇ ਹਾਂ ਜੀ। ਕਈ ਵਾਰੀ ਕੋਈ ਰਿਲੀਜੀਅਸ ਪਲੇਸ ਵੀ ਉਸ ਘਰ ਦੇ ਵਿੱਚ ਰਜਿਸਟਰਡ ਹੋ ਸਕਦੀ ਹੈ, ਉਸ ਸਮੇਂ ਵੀ ਕੋਈ ਖਰੀਦਣ ਸਮੇਂ ਜਾਂ ਵੇਚਣ ਸਮੇਂ ਕੋਈ ਕੰਪਲੀਕੇਸ਼ਨ ਆ ਸਕਦੀਆਂ ਨੇ ਜੀ? ਮੇਰਾ ਨਹੀਂ ਖਿਆਲ ਕੋਈ ਰਿਲੀਜੀਅਸ ਪਲੇਸ ਨੂੰ ਖਰੀਦਣ ਵੇਲੇ ਡਿਪੈਂਡ ਕਰਦਾ। ਹੁਣ ਜੇ ਰਿਲੀਜੀਅਸ ਪਲੇਸ ਹੋਊਗਾ ਤਾਂ ਉਹ ਆਬਵੀਅਸਲੀ ਉਸ ਕਮਿਊਨਿਟੀ 'ਚ ਹੀ ਹੋਊਗਾ ਜਿੱਥੇ ਉੱਦਾਂ ਦੇ ਰਿਲੀਜੀਅਸ ਵਾਲੇ ਲੋਕ ਰਹਿੰਦੇ ਆ, ਤਾਂ ਉਹਨਾਂ ਨੂੰ ਤਾਂ ਕਈ ਵਾਰੀ ਹੋ ਸਕਦਾ ਕਿ ਘਰ 'ਚ ਬਹੁਤ ਸਾਰੀ ਬਲੈਸਿੰਗਸ ਹੋ ਗਈਆਂ ਵੀਆਂ, ਮੇ ਬੀ ਐਡਵਾਂਟੇਜ। ਹੁਣ ਜੇ ਕਿਸੇ ਕੋਈ ਘਰ 'ਚ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਪ੍ਰਕਾਸ਼ ਕੀਤੀ ਹੋਈ ਹੋ ਸਕਦਾ ਬੰਦਾ ਜਿਹੜਾ ਧਾਰਮਿਕ ਹੈ ਸਿੱਖੋ ਕਵੇ ਯਾਰ ਇੱਥੇ ਬਾਬਾ ਜੀ ਦੀ ਬਲੈਸਿੰਗ ਹੈ, ਜਾਂ ਕੋਈ ਹਿੰਦੂ ਉੱਥੇ ਕੋਈ ਮੰਦਿਰ ਬਣਿਆ। ਰਾਈਟ, ਸੋ ਇਟ ਡਿਪੈਂਡ ਕਰਦਾ ਬਾਇਰ ਤੇ, ਬਹੁਤ ਸਾਰੀਆਂ ਚੀਜ਼ਾਂ ਬਾਇਰ ਤੇ ਡਿਪੈਂਡ ਕਰਦੀਆਂ। ਇੱਕ ਬਾਇਰ ਨੂੰ ਉਹ ਚੀਜ਼ ਚੰਗੀ ਲੱਗ ਸਕਦੀ ਹੈ, ਦੂਜੇ ਬਾਇਰ ਨੂੰ ਹੋ ਸਕਦਾ ਕਿ ਨਹੀਂ। ਕਈ ਵਾਰ ਇਦਾਂ ਹੁੰਦਾ ਕਿ ਤੁਸੀਂ ਨਾ ਇੱਧਰੋਂ ਉੱਧਰੋਂ ਗੱਲਾਂ ਸੁਣੀ ਜਾਂਦੇ ਰਹਿੰਦੇ ਹੋ, ਕਈ ਵਾਰ ਤੁਹਾਨੂੰ ਕਲੀਅਰ ਨਹੀਂ ਹੁੰਦੀਆਂ। ਸੋ ਇਸ ਕਰਕੇ ਮੈਂ ਇੱਕ ਕੁਐਸਚਨ ਪੁੱਛਿਆ ਸੀ ਕਿ ਕਈ ਕਹਿੰਦੇ ਨੇ ਕਿ ਕੋਈ ਰਿਲੀਜੀਅਸ ਜਿੱਦਾਂ ਗੁਰਦੁਆਰਾ ਕਿਸੇ ਨੇ ਘਰ ਦੇ ਵਿੱਚ ਰਜਿਸਟਰ ਕਰਾ ਲਿਆ ਤੇ ਉਹਨੂੰ ਵੇਚਣ ਸਮੇਂ ਕੋਈ ਡਿਫਰੈਂਟ ਤਰ੍ਹਾਂ ਦੇ ਤੁਹਾਨੂੰ ਕੰਸਰਨ ਆ ਸਕਦੇ ਨੇ, ਹੋ ਸਕਦਾ ਹੈ ਕਿ ਇਹ ਗੱਲ ਸਹੀ ਹੋਵੇ ਜਾਂ ਨਹੀਂ, ਮੈਨੂੰ ਪਤਾ ਨਹੀਂ ਜੀ ਇਹਦੇ ਬਾਰੇ। ਨਹੀਂ, ਮੈਨੂੰ ਹਾਲ ਤੱਕ ਕੋਈ ਇਦਾਂ ਦੀ ਕੋਈ ਇਸ਼ੂ ਨਹੀਂ ਆਇਆ, ਨਾ ਹੀ ਕੋਈ ਇਦਾਂ ਦਾ ਹੈ ਇਸ਼ੂ ਕਿ ਹੋਣਾ ਚਾਹੀਦਾ। ਨੋ, ਦੇयर इज नो ਸੱਚ ਥਿੰਗ। ਠੀਕ ਹੈ ਜੀ। ਸੋ ਇਹ ਤਾਂ ਹੋ ਗਈਆਂ ਜੀ ਮੋਟੀਆਂ-ਮੋਟੀਆਂ ਗੱਲਾਂ ਕਿ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਹੁਣ ਘਰ ਕਿਸੇ ਨੇ ਜੇਕਰ ਖਰੀਦ ਹੀ ਲਿਆ, ਹਾਂਜੀ, ਤਾਂ ਫਿਰ ਕਿਸ ਤਰ੍ਹਾਂ ਦੀ ਕਿੰਨੀਆਂ ਜ਼ਿਆਦਾ ਕੰਡੀਸ਼ਨ ਜਿਹੜੀਆਂ ਨੇ ਉਹ ਪਾਉਣੀਆਂ ਚਾਹੀਦੀਆਂ ਨੇ, ਉਹ ਕਿਹੜੀਆਂ ਹੋ ਸਕਦੀਆਂ ਨੇ ਜੀ? ਦੇਖੋ, ਨਾਰਮਲ ਜਦੋਂ ਅਸੀਂ ਘਰ ਐਜ਼ ਏ ਬਾਇਰਸ ਏਜੰਟ, ਮੈਂ ਜਦੋਂ ਘਰ ਕਿਸੇ ਨੂੰ ਦਿਖਾਉਣਾ, ਘਰ ਪਸੰਦ ਆ ਗਿਆ, ਨੈਗੋਸ਼ੀਏਸ਼ਨ ਹੋ ਰਹੀ ਹੈ, ਨਾਰਮਲ ਦੋ ਸਾਡੀਆਂ ਕੰਡੀਸ਼ਨਾਂ ਹੁੰਦੀਆਂ ਨੇ, ਇੱਕ ਫਾਈਨੈਂਸਿੰਗ ਦੀ ਹੁੰਦੀ ਹੈ ਤੇ ਇੱਕ ਹੁੰਦੀ ਹੈ ਹੋਮ ਇਨਸਪੈਕਸ਼ਨ ਦੀ। ਓਕੇ, ਫਾਈਨੈਂਸਿੰਗ ਜੇ ਤੁਸੀਂ ਪ੍ਰੀ ਅਪਰੂਵ ਆਲਰੇਡੀ ਕਰਾਇਆ ਹੋਇਆ, ਉਹ ਤੁਹਾਡਾ ਕਲਾਇੰਟ ਦੇ ਵਿਦਨ ਬਜਟ ਹੈ, ਨਾਰਮਲੀ ਤੁਸੀਂ 10 ਕੁ ਦਿਨ ਜਿਹੜਾ ਫਾਈਨੈਂਸਿੰਗ ਲਈ ਰੱਖਦੇ ਹੋ, ਕਿਉਂਕਿ ਬੇਸ਼ੱਕ ਬਾਇਰ ਪ੍ਰੀ ਕੁਆਲੀਫਾਈਡ ਹੁੰਦਾ ਹੈ ਪਰ ਸਟਿਲ ਬੈਂਕ ਨੇ ਪ੍ਰਾਪਰਟੀ ਨੂੰ ਕੁਆਲੀਫਾਈ ਕਰਨਾ ਹੁੰਦਾ ਜੀ। ਪ੍ਰਾਪਰਟੀ ਦਾ ਪਰਚੇਜ਼ ਕੰਟਰੈਕਟ ਦੇਖਣਾ ਉਹਨਾਂ ਨੇ, MLS ਦੀ ਲਿਸਟਿੰਗ ਦੇਖਣੀ ਹੈ, ਉਦੋਂ ਬਾਅਦ ਫਿਰ ਫਾਈਨਲ ਅਪਰੂਵਲ ਦੇਣੀ ਹੈ। ਹੋਮ ਇਨਸਪੈਕਸ਼ਨ ਉਦੋਂ ਬਾਅਦ ਅਸੀਂ ਕਰਵਾਉਂਦੇ ਹਾਂ ਜਦੋਂ ਫਾਈਨੈਂਸਿੰਗ ਵਾਲਾ ਇਸ਼ੂ ਸੌਰਟ ਆਊਟ ਹੋ ਗਿਆ, ਫਿਰ ਅਸੀਂ ਕਹਿੰਦੇ ਵੀ ਹੁਣ ਫਾਈਨੈਂਸਿੰਗ ਇਨਸਪੈਕਸ਼ਨ ਕਰਵਾ ਲਓ। ਜਦੋਂ ਇਨਸਪੈਕਸ਼ਨ ਸੈਟਿਸਫੈਕਟਰੀ ਹੋ ਗਈ ਤਾਂ ਫਿਰ ਉਸ ਕੰਡੀਸ਼ਨਾਂ ਵੇਵ ਕਰ ਦਿੰਦੇ ਆ। ਉਦੋਂ ਬਾਅਦ ਜਿਹੜੀ ਸੇਲ ਆ ਉਹ ਫਰਮ ਹੋ ਜਾਂਦੀ ਆ। ਫਿਰ ਉਦੋਂ ਬਾਅਦ ਜੇ ਜਿਹੜਾ ਤੁਸੀਂ ਡਿਪੋਜ਼ਿਟ ਦਿੱਤਾ ਹੋਇਆ ਚੋ 10,000 ਹੈ 15,000 ਹੈ, ਜੇ ਬਾਇਰ ਉਦੋਂ ਬਾਅਦ ਬੈਕ ਆਫ ਕਰਦਾ ਤਾਂ ਜਿਹੜਾ ਡਿਪੋਜ਼ਿਟ ਹੈ ਫੋਰਫੀਟ ਹੋ ਜਾਂਦਾ। ਪਰ ਜੇ ਕੰਡੀਸ਼ਨ ਡੇਟ ਜਿਹੜੀ ਤੁਸੀਂ ਪਾਈ ਹੋਈ ਹੈ, ਜਿਹੜਾ ਵੀ ਟਾਈਮ ਪਾਇਆ ਹੈ, ਉਦੋਂ ਪਹਿਲਾਂ ਤੁਹਾਡਾ ਕੋਈ ਮਾਈਂਡ ਚੇਂਜ ਹੋ ਜਾਂਦਾ, ਤੁਹਾਡੀ ਇਨਸਪੈਕਸ਼ਨ ਕਰਕੇ ਹੋ ਸਕਦਾ ਜਾਂ ਤੁਹਾਡੀ ਫਾਈਨੈਂਸਿੰਗ ਕਰਕੇ ਹੋ ਸਕਦਾ,
ਫਿਰ ਤੁਸੀਂ ਜੇ ਕੰਡੀਸ਼ਨਾਂ ਵੇਵ ਨਹੀਂ ਕਰਦੇ ਤਾਂ ਉਹ ਆਟੋਮੈਟਿਕਲੀ ਜਿਹੜੀ ਡੀਲ ਜਿਹੜੀ ਹੈਗੀ ਹੈ ਉਹ ਕੈਂਸਲ ਹੋ ਜਾਂਦੀ ਹੈ ਉਸ ਦਿਨ, ਉਸ ਟਾਈਮ 'ਤੇ ਜਦੋਂ ਕੰਡੀਸ਼ਨ ਡੇਟ ਹੈਗੀ ਹੈ, ਅਤੇ ਡਿਪੋਜ਼ਿਟ ਤੁਹਾਨੂੰ ਕੰਪਨੀ ਵਾਪਸ ਮੋੜ ਦਿੰਦੀ ਹੈ ਜੀ। ਸੋ ਹੁਣ ਜਿਹੜਾ ਬਾਇਰ ਹੈ ਜੀ, ਉਹਨੂੰ ਘਰ ਖਰੀਦਣ ਸਮੇਂ ਚਲੋ ਘਰ ਦਾ ਸਾਈਜ਼ ਕਿੱਡਾ ਹੈ, ਵੱਡਾ ਹੈ, ਛੋਟਾ ਹੈ, ਇਹ ਚੀਜ਼ ਤੇ ਹੁੰਦੀ ਹੈ, ਬੈਡਰੂਮ ਕਿੰਨੇ ਨੇ, ਇੱਦਾਂ ਦੀਆਂ ਗੱਲਾਂ ਤਾਂ ਹੋ ਹੀ ਸਕਦੀਆਂ ਨੇ। ਪਰ ਨਵਾਂ ਘਰ, ਪੁਰਾਣਾ ਘਰ, ਕੌਂਡੋ ਲੈਣਾ ਹੈ, ਅਪਾਰਟਮੈਂਟ ਲੈਣੀ ਹੈ, ਕਿਹੜੇ ਇਲਾਕੇ 'ਚ ਖਰੀਦਣਾ ਹੈ, ਸਕੂਲ ਲਾਗੇ ਹੋਵੇ ਕਿ ਨਾ, ਮਾਲ ਲਾਗੇ ਹੋਵੇ ਕਿ ਨਾ, ਮੇਨ ਸਟਰੀਟ 'ਤੇ ਹੋਣਾ ਚਾਹੀਦਾ ਹੈ ਕਿ ਕਲਡੀ ਸੈਕ ਦੇ ਵਿੱਚ ਹੋਣਾ ਚਾਹੀਦਾ, ਇਸ ਤਰ੍ਹਾਂ ਦੀਆਂ ਗੱਲਾਂ ਦਾ ਵੀ ਬਾਇਰ ਨੂੰ ਤੁਸੀਂ ਟ੍ਰੇਨਿੰਗ ਦਿੰਦੇ ਹੋ ਜੀ? ਬਿਲਕੁਲ, ਦੇਖੋ ਇਹ ਬਾਇਰ ਦੀਆਂ ਲੋਡਸ 'ਤੇ ਡਿਪੈਂਡ ਕਰਦਾ। ਜਦੋਂ ਬਾਇਰ ਨਾਲ ਫਸਟ ਮੀਟਿੰਗ ਹੁੰਦੀ ਹੈ ਤਾਂ ਉਹਨੂੰ ਇਹੀ ਪੁੱਛਿਆ ਜਾਂਦਾ ਕਿ ਤੁਹਾਡੀਆਂ ਲੋੜਾਂ ਕੀ ਨੇ, ਤੁਹਾਡੇ ਪਰਿਵਾਰ ਦੀਆਂ ਜ਼ਰੂਰਤਾਂ ਕੀ ਹੈ, ਕੀ ਤੁਹਾਨੂੰ ਸਕੂਲ ਜ਼ਰੂਰਤ ਹੈ ਜੀ? ਜੇ ਸਕੂਲ ਜ਼ਰੂਰਤ ਹੈ ਤਾਂ ਫਿਰ ਆਬਵੀਅਸਲੀ ਹੈ ਸਕੂਲ, ਕਿਹੜਾ ਸਕੂਲ ਜ਼ਰੂਰਤ ਹੈ, ਕਿ ਐਲੀਮੈਂਟਰੀ ਜਾਂ ਹਾਈ ਸਕੂਲ, ਰਾਈਟ? ਫਿਰ ਉਸ ਏਰੀਆ 'ਚ ਸਰਚ ਕੀਤੀ ਜਾਂਦੀ ਹੈ। ਜੇ ਉਹ ਕਹਿੰਦੇ ਸਾਨੂੰ ਸਕੂਲ ਦਾ ਕੋਈ ਇਸ਼ੂ ਨਹੀਂ ਹੈਗਾ ਜੀ, ਸਾਨੂੰ ਟਰਾਂਸਪੋਰਟੇਸ਼ਨ ਜ਼ਰੂਰੀ ਹੈ, ਫਿਰ ਤੁਹਾਨੂੰ ਉਹ ਦੇਖਣਾ ਪੈਂਦਾ ਵੀ ਹਾਂ ਇਹਨਾਂ ਨੂੰ ਬੱਸ ਸਰਵਿਸ ਜਾਂ LRT ਨੇੜੇ ਹੈਗੀ ਹੈ, ਰਾਈਟ? ਉਹ ਬਾਇਰ ਦੀ ਲੋੜਾਂ ਨੇ। ਹਾਂ, ਜਦੋਂ ਤੱਕ ਹੈਗੀ ਜਿਹੜੀ ਕਿ ਹੁਣ ਕੀ ਬਾਇਰ ਨੇ ਸਿੰਗਲ ਫੈਮਿਲੀ ਹੋਮ ਲੈਣਾ ਜਾਂ ਡੂਪਲੈਕਸ ਲੈਣਾ ਜਾਂ ਕਾਂਡੋ ਲੈਣੀ ਹੈ, ਅਗੇਨ ਉਹਦੀ ਚੁਆਇਸ ਹੈ, ਉਹਦਾ ਬਜਟ ਹੈ। ਪਰ ਇਹ ਦੱਸਣਾ ਬਹੁਤ ਜ਼ਰੂਰੀ ਹੁੰਦਾ ਕਿ ਸਿੰਗਲ ਫੈਮਿਲੀ, ਡੂਪਲੈਕਸ ਜਾਂ ਕਾਂਡੋ ਦੇ ਵਿੱਚ ਫਰਕ ਕੀ ਹੈ, ਕਿਉਂਕਿ ਸਿੰਗਲ ਫੈਮਿਲੀ ਦੇ ਵਿੱਚ ਕਾਂਡੋ ਫੀ ਇਨਵੋਲਵ ਨਹੀਂ ਹੈਗੀ, ਰਾਈਟ? ਜਿਹੜਾ ਅਟੈਚ ਹੋਮ ਹੈ ਉਹ ਡੂਪਲੈਕਸ, ਉਹਦੇ ਵਿੱਚ ਵੀ ਕਾਂਡੋ ਫੀ ਇਨਵੋਲਵ ਨਹੀਂ ਹੈਗੀ, ਪਰ ਉਹ ਦੋ ਘਰ ਜੁੜੇ ਹੋਏ ਆ, ਉਹਨਾਂ ਦੀ ਇੱਕ ਵਿਚਾਲੇ ਕਾਮਨ ਵਾਲ ਹੈ। ਕਈ ਵਾਰੀ ਬੰਦੇ ਲਾਈਕ ਨਹੀਂ ਕਰਦੇ, ਯਾਰ ਦੂਜੇ ਪਾਸੇ ਗੁਆਂਢੀ ਪਤਾ ਨਹੀਂ ਕਿੱਦਾਂ ਦਾ ਹੋਊਗਾ, ਜੇ ਰਾਤ ਨੂੰ ਉਹਨੇ ਵੱਧਦੇ ਮਿਊਜ਼ਿਕ ਲਾਇਆ ਜਾਂ ਕੋਈ ਇਹੋ ਜਿਹੀ ਕੁਕਿੰਗ ਕਰ ਰਿਹਾ ਜਿਹੜੀ ਕੰਧ ਵਿੱਚ ਦੀ ਸਾਡੇ ਨੂੰ ਸਾਨੂੰ ਸਮੈਲ ਆ ਜਾਏ, ਹਾਲਾਂਕਿ ਇੱਦਾਂ ਦੀ ਆਉਂਦੀ ਨਹੀਂ, ਪਰ ਉਹ ਤਾਂ ਵੈਸੇ ਵੀ ਜਦੋਂ ਆਪਣੇ ਐਗਜ਼ਾਸਟ ਫੈਨ ਚੱਲਦੇ ਆ, ਇਵੈਂਟ ਆਊਟ ਹੁੰਦੀ ਹੈ, ਸਾਰਾ ਕੁਝ ਆਪਾਂ ਨੂੰ ਸਮੈਲ ਆ ਜਾਂਦੀ ਹੈ ਵੀ ਕਿਹਦੇ ਘਰੇ ਅੱਜ ਭਿੰਡੀਆਂ ਬਣ ਰਹੀਆਂ, ਕਿਹਦੇ ਘਰੇ ਸਾਗ ਬਣਦਾ, ਉਹ ਪਤਾ ਲੱਗ ਜਾਂਦਾ। ਸੋ ਇਸ ਕਰਕੇ ਉਹ ਡੂਪਲੈਕਸ ਆ, ਉਹਨਾਂ ਦੀ ਕਾਂਡੋ ਫੀ ਨਹੀਂ ਹੁੰਦੀ, ਪਰ ਉਹਨੂੰ ਵਾਲ ਇੱਕ ਕਾਮਨ ਹੁੰਦੀ ਹੈ। ਹੁਣ ਜਿਹੜੇ ਹੈਗੇ ਆ ਕਾਂਡੋਜ਼ ਟਾਊਨ ਹਾਊਸ ਵੀ ਹੋ ਸਕਦੇ, ਜਿਹੜੇ ਰੋ ਹੈ ਲਾਈਨ ਦੇ ਵਿੱਚ ਆ, 5-5 10-10 ਇਕੱਠੇ ਆ, ਤੇ ਹਾਈ ਰਾਈਜ਼ ਕਾਂਡੋ ਹੈ ਜਾਂ ਲੋ ਰਾਈਜ਼ ਕਾਂਡੋ ਹੈ, 4 ਸਟੋਰੀ ਵੀ ਹੋ ਸਕਦੀ ਹੈ, 50 ਸਟੋਰੀ ਵੀ ਹੋ ਸਕਦੀ ਹੈ, ਇਹਨਾਂ ਦੀ ਕਾਂਡੋ ਫੀ ਹੁੰਦੀ ਹੈ। ਪਰ ਇਹ ਦੱਸਣਾ ਤੁਹਾਨੂੰ ਪੈਂਦਾ ਬਾਇਰ ਨੂੰ ਕਿ ਜੇ ਬਾਇਰ ਕੋਲੇ ਇੱਕ ਤੋਂ ਵੱਧ ਕਾਰ ਹੈ ਤਾਂ ਮੈਜੋਰਿਟੀ ਆਫ ਦਾ ਟਾਈਮ ਤੁਹਾਨੂੰ, ਜੇ ਤੁਸੀਂ ਟਾਊਨ ਹਾਊਸ ਬਾਏ ਕਰ ਰਹੇ, ਜੇ ਖਾਸ ਕਰਕੇ ਵਿਦਆਊਟ ਗਰਾਜ ਹੈ ਜਾਂ ਕੋਈ ਕਾਂਡੋ, ਹੁਣ ਤਾਂ ਡਬਲ ਗਰਾਜਾਂ ਪਿੱਛੇ ਬਣਨ ਲੱਗ ਗਏ, 3 ਸਟੋਰੀ ਕਾਂਡੋ ਦੇ, ਪਹਿਲਾਂ ਕਾਂਡੋ ਦੇ ਪਿੱਛੇ ਗਰਾਜਾਂ ਨਹੀਂ ਹੁੰਦੀਆਂ ਸੀਗੀਆਂ, ਤੁਹਾਨੂੰ ਇੱਕੋ ਹੀ ਪਾਰਕਿੰਗ ਮਿਲਦੀ ਸੀਗੀ। ਸੋ ਜੇ ਤੁਹਾਡੇ ਕੋਲੇ 2 ਕਾਰਾਂ ਤਾਂ ਤੁਹਾਨੂੰ ਪਾਰਕਿੰਗ ਦਾ ਇਸ਼ੂ ਹੋਗਾ, ਕਿਉਂਕਿ ਵਿਜ਼ਿਟਰ ਪਾਰਕਿੰਗ ਤੁਸੀਂ ਪਾਰਕ ਨਹੀਂ ਕਰ ਸਕਦੇ ਓਵਰਨਾਈਟ, ਜਾਂ ਕੋਈ ਤੁਹਾਨੂੰ ਪਾਰਕਿੰਗ ਕਿਸੇ ਤੋਂ ਬਾਏ ਕਰਨੀ ਪਊਗੀ, ਰੈਂਟ ਕਰਨੀ ਪਊਗੀ। ਸੋ ਇਹ ਬਾਇਰ ਦੀਆਂ ਲੋੜਾਂ ਤੇ ਡਿਪੈਂਡ ਕਰਦਾ। ਹਾਂ, ਕਾਂਡੋ ਫੀ ਤੇ ਕਈ ਵਾਰੀ ਲੋਕਾਂ ਨੂੰ ਇਹ ਡਰ ਹੁੰਦਾ ਕਿ ਯਾਰ ਮੈਂ $400 ਜਾਂ $500 ਡਿਪੈਂਡ ਕਰਦਾ ਕਾਂਡੋ ਕਾਰਪੋਰੇਸ਼ਨ ਤੇ, ਕਿਉਂਕਿ ਕਾਂਡੋ ਫੀ 200 ਤੋਂ ਲੈ ਕੇ $2000 ਤੱਕ ਵੀ ਹੋ ਸਕਦੀ ਹੈ, ਡਿਪੈਂਡ ਕਰਦਾ ਉਹ 'ਚ ਕੀ ਤੁਹਾਨੂੰ ਦੇ ਰਹੇ ਆ ਉਹ, ਰਾਈਟ? ਹੁਣ ਜੇ $2000 ਕਾਂਡੋ ਫੀ ਆ, ਉਹਦੇ ਵਿੱਚ ਹੋ ਸਕਦਾ ਅੰਦਰ ਵੜਦੇ ਸਰ ਕੌਨਸੀਅਰਜ ਖੜਾ ਹੈ ਜੀ, ਸਿਕਿਉਰਿਟੀ ਵੀ ਹੈ, ਤੇ ਅੰਦਰ ਜਿਮ ਵੀ ਬਣਿਆ ਹੋਇਆ, ਪੂਲ ਵੀ ਹੈ, ਹੌਟ ਟੱਬ ਵੀ ਹੈ, ਕਾਰ ਵਾਸ਼ ਵੀ ਥੱਲੇ ਗਰਾਊਂਡ ਬੇਸਮੈਂਟ 'ਚ ਬਣੀ ਹੋਈ ਹੈ, ਤੁਹਾਡੀਆਂ ਕਾਰਾਂ ਧੋਣ ਨੂੰ ਵੀ ਤੁਹਾਨੂੰ ਸਾਰੀਆਂ ਫੈਸਿਲਿਟੀਜ਼ ਮਿਲ ਰਹੀਆਂ ਨੇ। ਉਹ ਤਾਂ ਆਬਵੀਅਸਲੀ ਉਹ ਬੰਦੇ ਲੈਣਗੇ ਜਿਨ੍ਹਾਂ ਨੇ ਥੋੜ੍ਹੇ ਜਿਹੇ ਹਾਈ ਐਂਡ ਇਨਕਮ ਵਾਲੇ ਆ। ਜਿਹੜਾ ਨੋਰਮਲ ਬੰਦਾ ਹੈ ਉਹ ਕਾਂਡੋ ਜਿਹੜੀ ਲੈ ਰਿਹਾ, ਉਹਦੀ ਆਮ ਤੌਰ 'ਤੇ ਕਾਂਡੋ ਫੀ $400 $500 ਹੁੰਦੀ ਹੈ ਆਪਣੇ ਕੈਲਗਰੀ ਸ਼ਹਿਰ ਦੇ ਵਿੱਚ। ਹੁਣ ਉਹਦੇ ਵਿੱਚ ਕਵਰ ਕੀ ਕੁਛ ਹੈ ਦੇਖਣਾ ਬਹੁਤ ਜ਼ਰੂਰੀ ਹੈ, ਠੀਕ ਹੈ ਜੀ, ਕਿ ਕੀ ਹੁਣ ਉਹਦੇ ਵਿੱਚ ਐਕਸਟੀਰੀਅਰ ਮੇਨਟੇਨੈਂਸ ਆਮ ਤੌਰ 'ਤੇ ਹੁੰਦੀ ਹੈ, ਜਿਹੜੀ ਬਾਹਰਲੀ ਮੇਨਟੇਨੈਂਸ ਹੈ ਉਹ ਕਾਂਡੋ ਫੀ ਦੇ ਵਿੱਚ ਕਵਰਡ ਹੈ ਜੀ। ਅੰਦਰਲੀ ਜਿਹੜੀ ਹੈਗੀ ਹੈ ਮੈਜੋਰਿਟੀ ਆਫ ਦਾ ਟਾਈਮ ਹੀਟ ਹੈ ਜਿਹੜੀ ਉਹਦੇ ਵਿੱਚ ਕਵਰਡ ਹੈ ਕਾਂਡੋ ਫੀ ਦੇ ਵਿੱਚ। ਅੱਛਾ, ਕਾਂਡੋ ਦੀ ਇੰਸ਼ੋਰੈਂਸ ਜਿਹੜੀ ਫਾਇਰ ਇੰਸ਼ੋਰੈਂਸ ਹੈ ਉਹ ਕਵਰਡ ਹੈ, ਤੁਸੀਂ ਸਿਰਫ ਆਪਣੇ ਸਮਾਨ ਦੀ ਇੰਸ਼ੋਰੈਂਸ ਕਰਾਉਣੀ ਹੈ ਜੀ, ਰਾਈਟ? ਜਾਂ ਤੁਸੀਂ ਸਿਰਫ ਇਲੈਕਟ੍ਰਿਸਿਟੀ ਬਿੱਲ ਪੇ ਕਰਨਾ ਹੈ। ਕੁਝ ਕਾਂਡੋ ਬਿਲਡਿੰਗਾਂ ਦੇ ਵਿੱਚ ਟੋਟਲੀ ਈਵਨ ਇਲੈਕਟ੍ਰਿਸਿਟੀ ਵੀ ਕਵਰਡ ਹੈ ਜੀ, ਆਬਵੀਅਸਲੀ ਥੋੜੀ ਜਿਹੀ ਕਾਂਡੋ ਫੀ ਹਾਈ ਹੋਊਗੀ। ਸੋ ਜੇ ਹੁਣ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ 2 ਬੈਡਰੂਮ ਦੀ ਕਾਂਡੋ ਹੈ, ਐਵਰੇਜ ਬਿੱਲ ਉਹਦਾ ਹੀਟ ਤਾਂ ਇਲੈਕਟ੍ਰਿਸਿਟੀ ਦਾ $300-350 ਆਊਗਾ ਜੀ, ਤੇ ਜੇ ਉਹ $500 ਕਾਂਡੋ ਫੀ ਹੈ, ਦੈਟਸ ਨਾਟ ਏ ਬੈਡ ਡੀਲ, ਤੁਸੀਂ ਕੁਝ ਨਹੀਂ ਪੇ ਕਰਨਾ ਜੀ, ਰਾਈਟ? ਬਾਹਰੋਂ ਕਿਸੇ ਨੂੰ ਉਹ ਨਹੀਂ ਹਟਾਉਣੀ, ਅੰਡਰਗਰਾਊਂਡ ਤੁਹਾਨੂੰ ਪਾਰਕਿੰਗ ਮਿਲੀ ਹੈ ਹੀਟਡ, ਐਲੀਵੇਟਰ ਹੈਗੀ ਹੈ, ਰਾਈਟ? ਸੋ ਇਹ ਚੀਜ਼ਾਂ ਉਹ 'ਚ ਅਵੇਲੇਬਲ ਹੈਗੀਆਂ ਨੇ। ਇਹ ਡਿਪੈਂਡ ਕਰਦਾ ਕਿ ਤੁਸੀਂ ਤੁਹਾਡੀ ਬਾਇਰ ਦੀ ਚੁਆਇਸ ਕੀ ਹੈ ਨਾ? ਤੇ ਇਹ ਪਰ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਬਾਇਰ ਨੇ ਲੈਣੀ ਹੈ ਕਾਂਡੋ ਵੀ ਆਹ ਚੀਜ਼ਾਂ ਤੁਹਾਨੂੰ ਮਿਲਣਗੀਆਂ ਇਹਦੇ ਵਿੱਚ ਤੇ ਆਹ ਚੀਜ਼ਾਂ ਤੁਹਾਨੂੰ ਨਹੀਂ ਮਿਲਣੀਆਂ। ਠੀਕ ਹੈ ਜੀ। ਪੰਜਾਬੀ ਨੈਸ਼ਨਲ ਟੀਵੀ ਦੇ ਉੱਤੇ ਦ ਰਣਜੀਤ ਸਿੱਧੂ ਸ਼ੋਅ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਡੈਨ ਸਿੱਧੂ ਜੀ ਨਾਲ। ਡੈਨ ਸਿੱਧੂ ਜੀ ਕੈਲਗਰੀ ਸ਼ਹਿਰ ਦੇ ਵਿੱਚ ਲੰਬੇ ਸਮੇਂ ਤੋਂ ਰੀਅਲ estate ਦੀਆਂ ਸੇਵਾਵਾਂ ਦੇ ਰਹੇ ਨੇ ਅਤੇ ਅੱਜ ਅਸੀਂ ਉਹਨਾਂ ਤੋਂ ਕੁਝ ਟਿਪ ਜਿਹੜੇ ਨੇ ਲੈ ਰਹੇ ਹਾਂ ਬਾਇਰ ਵਾਸਤੇ ਵੀ ਤੇ ਸੈਲਰ ਵਾਸਤੇ ਵੀ। ਇੱਕ ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ।
ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ। ਦਾ ਰਣਜੀਤ ਸਿੱਧੂ ਸ਼ੋਅ ਇਸ ਸਮੇਂ ਤੁਸੀਂ ਦੇਖ ਰਹੇ ਹੋ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਡੈਨ ਸਿੱਧੂ ਜੀ ਨਾਲ। ਕੈਲਗਰੀ ਸ਼ਹਿਰ ਦੇ ਵਿੱਚ 25 ਸਾਲ ਤੋਂ ਰੀਅਲ ਸਟੇਟ ਦੇ ਖੇਤਰ ਵਿੱਚ ਸੇਵਾਵਾਂ ਦੇ ਰਹੇ ਨੇ ਤੇ ਅੱਜ ਸਾਨੂੰ ਕਾਫੀ ਜਾਣਕਾਰੀ ਇਹਨਾਂ ਤੋਂ ਮਿਲ ਰਹੀ ਹੈ। ਉਮੀਦ ਕਰਦਾ ਕਿ ਤੁਸੀਂ ਵੀ ਇਸ ਗੱਲਬਾਤ ਨੂੰ ਪਸੰਦ ਕਰ ਰਹੇ ਹੋਵੋਗੇ। ਸਿੱਧੂ ਸਾਹਿਬ, ਜਦੋਂ ਘਰ ਖਰੀਦੇ ਜਾਂਦੇ ਨੇ ਜੀ, ਤਾਂ ਮੈਂ ਦੇਖਿਆ ਕਿ ਖਾਸ ਤੌਰ ਤੇ ਪੰਜਾਬੀ ਕਮਿਊਨਿਟੀ ਜਦੋਂ ਘਰ ਖਰੀਦਦੀ ਹੈ ਤਾਂ ਉਹਦੀ ਬੇਸਮੈਂਟ ਜਿਹੜਾ ਜੀ ਇੱਕ ਵੱਡਾ ਉਹਦੇ ਵਿੱਚ ਟੌਪਿਕ ਹੁੰਦਾ ਹੈ ਜੀ ਕਿ ਬੇਸਮੈਂਟ ਵਾਕਆਊਟ ਹੈ ਕਿ ਨਹੀਂ, ਬੇਸਮੈਂਟ ਬਣੀ ਹੈ ਜਾਂ ਬਣਾਉਣ ਵਾਲੀ ਹੈ, ਜੇਕਰ ਬੇਸਮੈਂਟ ਬਣੀ ਹੈ ਉਹ ਲੀਗਲ ਹੈ ਕਿ ਨਹੀਂ ਲੀਗਲ ਜੀ। ਇਹਨਾਂ ਗੱਲਾਂ ਦਾ ਕੀ ਖਿਆਲ ਸਾਨੂੰ ਰੱਖਣਾ ਚਾਹੀਦਾ ਐਜ਼ ਏ ਬਾਇਰ? ਦੇਖੋ ਅਗੇਨ ਬਾਇਰ ਦੀਆਂ ਲੋੜਾਂ ਤੇ ਡਿਪੈਂਡ ਕਰਦਾ। ਜਿਹੜਾ ਫਸਟ ਟਾਈਮ ਹੋਮ ਬਾਇਰ ਹੈ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਨੂੰ ਥੋੜੀ ਜੀ ਰੈਵਨਿਊ ਦੀ ਹੈਲਪ ਮਿਲ ਜਾਵੇ। ਜੇ ਬੇਸਮੈਂਟ ਸਵੀਟ ਬਣਿਆ ਹੋਇਆ ਤਾਂ ਉਹ ਉੱਥੋਂ ਥੱਲਿਓਂ ਮੈਨੂੰ ਥੋੜਾ ਬਹੁਤਾ ਰੈਂਟ ਆ ਜਾਊਗਾ ਤਾਂ ਮੈਨੂੰ ਉਹ ਮੌਰਗੇਜ ਹੈਲਪਰ ਹੋ ਜਾਊਗਾ। ਉਹਦੀ ਕੋਸ਼ਿਸ਼ ਇਹ ਹੁੰਦੀ ਹੈ। ਔਰ ਖਾਸ ਕਰਕੇ ਜਿਹੜੇ ਸਾਡੇ ਏਰੀਏ ਨੇ ਜਿੱਥੇ ਇਮੀਗ੍ਰੈਂਟ ਕਮਿਊਨਿਟੀ ਜ਼ਿਆਦਾ ਰਹਿੰਦੀ ਹੈ ਉੱਥੇ ਮੈਜੋਰਿਟੀ ਬੇਸਮੈਂਟ ਸਵੀਟ ਬਣੇ ਹੁੰਦੇ ਆ। ਤਾਂ ਪਰ ਹੁਣ ਤੱਕ ਇਹ ਤਕਰੀਬਨ ਸਾਰੇ ਜਿਹੜੇ ਇਲੀਗਲ ਬੇਸਮੈਂਟ ਸਵੀਟ ਸੀਗੇ ਸਿਟੀ ਵੱਲੋਂ ਅਪਰੂਵਡ ਨਹੀਂ ਸੀਗੇ। ਅੱਛਾ ਜੀ। ਜਿਹੜਾ ਅੰਦਾਜ਼ਾ ਇਹ ਲਾਇਆ ਜਾ ਰਿਹਾ ਸੀਗਾ ਕਿ 80,000 ਦੇ ਕਰੀਬ, ਖਾਸ ਕਰਕੇ ਕੈਲਗਰੀ ਦੀ ਆਪਾਂ ਗੱਲ ਕਰ ਰਹੇ ਹਾਂ, ਕਿ ਸਵੀਟ ਜਿਹੜੇ ਸੀਗੇ ਉਹ ਇਲੀਗਲ ਸੀਗੇ, ਜਿਹੜੇ ਸਿਟੀ ਵੱਲੋਂ ਅਪਰੂਵਡ ਨਹੀਂ ਸੀਗੇ, ਸਿਟੀ ਕਾਉਂਸਲ ਵੱਲੋਂ। ਤਾਂ ਇਸੇ ਕਰਕੇ 2 ਸਾਲ ਪਹਿਲਾਂ ਸਿਟੀ ਕਾਉਂਸਲ ਨੇ, ਮੇਅਰ ਨਾਜ਼ਦੀਨ ਅੰਚੀ ਨੇ ਇਹ ਕਰਤਾ ਸੀਗਾ ਕਾਫੀ ਲੰਬਾ ਚੌੜੇ ਡਿਸਕਸ਼ਨ ਤੋਂ ਬਾਅਦ ਕਿ ਜਿਹੜੇ ਲੋਕ ਐਗਜ਼ਿਸਟਿੰਗ ਸਵੀਟ ਨੂੰ ਲੀਗਲ ਕਰਵਾਉਣਾ ਚਾਹੁੰਦੇ ਆ ਤਾਂ ਉਹ ਉਹਨਾਂ ਨੂੰ ਟਾਈਮਲਾਈਨ ਦਿੱਤੀ ਸੀ ਜਿਹੜੀ ਕਿ ਇਸ ਦਸੰਬਰ 31 ਤੱਕ ਹੋ ਜਾਣੀ ਸੀਗੀ ਐਕਸਪਾਇਰ, ਕਿ ਉਹ ਕੁਝ ਫਲੈਕਸੀਬਿਲਿਟੀ ਵੀ ਸੀਗੀ ਕਿ ਉਹ ਕਰਵਾ ਸਕਦੇ ਅਪਲਾਈ ਕਰਕੇ। ਪਰ ਹੁਣ ਕੋਵਿਡ ਕਰਕੇ ਉਹਨਾਂ ਨੇ 31 ਦਸੰਬਰ 2021 ਤੱਕ ਐਕਸਟੈਂਡ ਕਰ ਦਿੱਤੀ ਗਈ ਹੈ। ਸੋ ਜੇ ਕਿਸੇ ਦਾ ਕੋਈ ਸਵੀਟ ਬਣਿਆ ਜਿਹੜਾ ਕਿ ਇਲੀਗਲ ਹੈ। ਅੱਛਾ, ਹੁਣ ਇੱਥੇ ਕਈ ਵਾਰੀ ਇੱਕ ਲੋਕਾਂ ਨੂੰ ਇੱਕ ਕਨਫਿਊਜ਼ਨ ਹੈ, ਇੱਕ ਬੇਸਮੈਂਟ ਜੇ ਆਮ ਬਣੀ ਹੋਈ ਹੈ ਨਾ ਉਹਦੇ 'ਚ ਕਿਚਨ ਨਹੀਂ ਬਣੀ ਹੋਈ, ਕਿਚਨ ਨਹੀਂ ਐਕਚੁਅਲੀ ਤੁਹਾਡੀ 220 ਵਾਇਰਿੰਗ ਹੈ ਨਹੀਂ, ਸਟੋਵ ਨਹੀਂ ਰੱਖਿਆ ਹੋਇਆ, ਸਟੋਵ ਦੀ ਫੈਸਿਲਿਟੀ ਹੈ ਨਹੀਂਗੀ, ਵੈਸੇ ਕਿਚਨ ਬਣਾਈ ਹੋਈ ਹੈ ਤੁਸੀਂ, ਬਾਰ ਟਾਈਪ ਬਣਾਈ ਹੋਈ ਹੈ ਜੀ, ਉਹਨੂੰ ਅਸੀਂ ਇਲੀਗਲ ਸਵੀਟ ਨਹੀਂ ਕਹਿੰਦੇ। ਓਕੇ, ਇਲੀਗਲ ਸਵੀਟ ਉਦੋਂ ਹੁੰਦਾ ਜਦੋਂ ਚ ਕੁਕਿੰਗ ਫੈਸਿਲਿਟੀ ਹੈ, 220 ਵਾਇਰਿੰਗ ਵਾਲਾ ਪਲੱਗ ਲੱਗਿਆ ਹੋਇਆ ਤੇ ਸਟੋਵ ਲੱਗਿਆ, ਦੈਨ ਇਟਸ ਇਲੀਗਲ ਸਵੀਟ। ਅਦਰਵਾਈਜ਼ ਤੁਸੀਂ ਬੇਸਮੈਂਟ ਭਾਵੇਂ 2 ਬੈਡਰੂਮ ਬਣਾਏ ਹੋਏ ਆ, ਲਿਵਿੰਗ ਰੂਮ ਬਣਾਇਆ ਹੋਇਆ, ਬਾਰ ਬਣੀ ਹੋਈ ਹੈ, ਦੈਟਸ ਤੁਹਾਡੀ ਕੋਈ ਇਸ਼ੂ ਨਹੀਂ ਹੈਗਾ ਇਲੀਗੈਲਿਟੀ ਦਾ। ਸੋ ਹੁਣ ਤੁਸੀਂ ਜਿਹੜੇ ਐਗਜ਼ਿਸਟਿੰਗ ਸਵੀਟ ਹੈ ਉਹ ਲੀਗਲ ਬਹੁਤ ਸਾਰੇ ਲੋਕਾਂ ਨੇ ਕਰਵਾਏ ਹੈ ਜੀ, ਪਰ ਉਹਦਾ ਕੰਡੀਸ਼ਨਾਂ ਇਹੀ ਹੁੰਦੀਆਂ ਕਿ ਜਿਹੜੇ ਤੁਹਾਡੇ ਬੈਡਰੂਮ ਹੈ ਉਹਨਾਂ ਦੀ ਜਿਹੜੀ ਵਿੰਡੋਜ਼ ਹੈਗੀਆਂ ਉਹ ਈਗ੍ਰੈਸ ਜਿਹੜੀ ਟੈਕਨੀਕਲ ਲੈਂਗੁਏਜ ਹੈਗੀ ਉਹ ਮੀਟ ਕਰਨੀ ਚਾਹੀਦੀ ਹੈ। ਭਾਵ ਜੇ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਉਸ ਵਿੰਡੋ ਵੇਚ ਦੀ ਬੰਦਾ ਬਾਹਰ ਨਿਕਲ ਸਕਦਾ ਹੋਵੇ ਜੀ, ਉਹ ਇਸ ਸਾਈਜ਼ ਦੀ ਹੋਣੀ ਚਾਹੀਦੀ ਹੈ। ਜਿਹੜਾ ਨਾਰਮਲ ਸਿਟੀ ਦਾ ਐਕਸੈਪਟੇਬਲ ਸਾਈਜ਼ ਹੈਗਾ 2 ਫੁੱਟ ਬਾਈ 4 ਫੁੱਟ ਹੈ, 24 ਬਾਈ 48 ਇੰਚ, ਜੇ ਉਹ ਹੋਵੇ ਬੈਡਰੂਮ 'ਚ ਕੱਲਿਆਂ 'ਚ। ਲਿਵਿੰਗ ਰੂਮ 'ਚ ਰਿਕੁਆਇਰਮੈਂਟ ਹੈ ਨਹੀਂ ਗੀ। ਤਾਂ ਬਾਕੀ ਕੁਝ ਹੋਰ ਮਾਈਨਰ ਰਿਕੁਆਇਰਮੈਂਟ ਹੈਗੀਆਂ ਸਮੋਕ ਡਿਟੈਕਟਰਸ ਦੀਆਂ ਨੇ, ਜਾਂ ਜਿਹੜਾ ਸਪ੍ਰਿੰਕਲਰ ਹੈਡ ਹੈ ਜੇ ਜਿੱਥੇ ਸੀਲਿੰਗ 'ਚ ਡਰਾਈਵਾਲ ਨਹੀਂ ਹੋ ਸਕਦੀ ਤੁਸੀਂ ਸਪ੍ਰਿੰਕਲਰ ਹੈਡ ਇੰਸਟਾਲ ਕਰਾ ਸਕਦੇ ਹੋ। ਤੇ ਸੈਪਰੇਟ ਐਂਟਰੈਂਸ ਬਿਲਕੁਲ ਸੈਪਰੇਟ ਹੋਣਾ ਜ਼ਰੂਰੀ ਨਹੀਂ, ਜੇ ਹੈਗੀ ਹੈ ਤਾਂ ਬਹੁਤ ਗੁੱਡ ਹੈ। ਵਾਕਆਊਟ ਬੇਸਮੈਂਟ ਹੈਗੇ ਤਾਂ ਉਦੋਂ ਬੋਨਸ ਹੈ, ਪਰ ਜੇ ਨਹੀਂ ਵੀ ਹੈਗੀ ਤਾਂ ਡੋਰਾਂ ਅਲੱਗ-ਅਲੱਗ ਦੋਨਾਂ ਦੀਆਂ ਹੈਗੀਆਂ, ਸਟਿਲ ਤੁਸੀਂ ਲੀਗਲ ਕਰਵਾ ਸਕਦੇ ਹੋ। ਇਹ ਗੁੱਡ ਮੌਰਗੇਜ ਹੈਲਪਰ ਹੈ ਤੇ ਆਪਣੇ ਇਮੀਗ੍ਰੈਂਟ ਕਮਿਊਨਿਟੀ ਜਿੱਥੇ ਰਹਿੰਦੇ ਆ ਖਾਸ ਕਰਕੇ ਉੱਥੇ ਬੇਸਮੈਂਟ ਸਵੀਟ ਬਣੇ ਹੋਏ ਆ ਜੀ। ਪਰ ਮੈਂ ਕਈ ਵਾਰੀ ਘਰ ਲਿਸਟ ਹੋਏ ਦੇਖੇ ਨੇ ਤੇ ਉਹਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਜੀ ਕਿ ਇਲੀਗਲ ਬੇਸਮੈਂਟ ਸਵੀਟ ਜੀ। ਉਹ ਹੁਣ ਦੇਖੋ ਨਾ ਸਾਹਮਣੇ ਹੀ ਲਿਖ ਦਿੱਤਾ ਗਿਆ ਜੀ ਇਲੀਗਲ ਬੇਸਮੈਂਟ ਸਵੀਟ, ਉਹਦੇ ਨਾਲ ਕੋਈ ਟਰਬਲ ਤਾਂ ਨਹੀਂ ਹੁੰਦੇ ਜਿਹੜੇ ਜੀ ਲਿਸਟ ਕਰ ਰਹੇ ਨੇ ਘਰ? ਨਹੀਂ, ਉਹ ਮੈਂਡੇਟਰੀ ਹੈ ਐਕਚੁਅਲੀ। ਜੇ ਤੁਸੀਂ ਕੱਲਾ ਸਵੀਟ ਲਿਖ ਦਿੰਦੇ ਆ ਨਾ ਤਾਂ ਸਾਨੂੰ ਐਜ਼ ਏ ਰੀਅਲ ਸਟੇਟ ਪ੍ਰੋਫੈਸ਼ਨਲ ਰੀਅਲ ਸਟੇਟ ਬੋਰਡ ਵੱਲੋਂ ਇਹ ਇੰਸਟਰਕਸ਼ਨਾਂ ਨੇ, ਜੇ ਅਸੀਂ ਹੁਣ ਸਵੀਟ ਪਾਤਾ ਕੱਲਾ, ਨਾ ਅਸੀਂ ਲੀਗਲ ਪਾਇਆ ਨਾ ਇਲੀਗਲ ਪਾਇਆ, ਤਾਂ ਨੈਕਸਟ ਡੇ ਸਾਨੂੰ ਈਮੇਲ ਆ ਜਾਣੀ ਹੈ ਕਿ ਇਹਨੂੰ ਡਿਸਕਲੋਜ਼ ਕਰੋ, ਇਜ਼ ਇਟ ਲੀਗਲ ਔਰ ਇਲੀਗਲ। ਠੀਕ ਹੈ ਜੀ, ਰਾਈਟ, ਸਾਨੂੰ ਡਿਸਕਲੋਜ਼ ਕਰਨਾ ਪੈਂਦਾ, ਜੇ ਇਲੀਗਲ ਹੈ ਤਾਂ ਇਲੀਗਲ, ਜੇ ਲੀਗਲ ਹੈ ਤਾਂ ਲੀਗਲ। ਸਿੱਧੂ ਸਾਹਿਬ, ਜਦੋਂ ਕਿਸੇ ਨੇ ਘਰ ਖਰੀਦਣਾ ਹੁੰਦਾ ਤਾਂ ਜ਼ੋਨਿੰਗ ਦੀ ਵੀ ਗੱਲ ਹੁੰਦੀ ਹੈ ਜੀ, R1 ਜਾਂ R2 ਜ਼ੋਨਿੰਗ, ਇਹ ਕੀ ਫਰਕ ਹੁੰਦਾ ਹੈ ਜੀ? ਬਿਲਕੁਲ ਜੀ, ਇਹ ਸਿਟੀ ਵੱਲੋਂ ਸੈਟਅਪ ਕੀਤੀਆਂ ਹੁੰਦੀਆਂ ਕਿ ਜਿਹੜੀ ਲੈਂਡ ਜ਼ੋਨਿੰਗ, ਲੈਂਡ ਯੂਜ਼ ਕੀ ਹੈ। R1 ਜ਼ੋਨਿੰਗ ਕਈ ਕਿਸਮ ਦੀ ਵੈਸੇ ਜ਼ੋਨਿੰਗ ਹੈ, ਜਿਹਦੇ ਵਿੱਚ ਰੈਜ਼ੀਡੈਂਸ਼ੀਅਲ ਹੈ, ਕਮਰਸ਼ੀਅਲ ਹੈ, R1 R2 ਰੈਜ਼ੀਡੈਂਸ਼ੀਅਲ ਦੇ ਵਿੱਚ ਆਉਂਦੀ ਹੈ। ਹੁਣ R1 ਦਾ ਮਤਲਬ ਹੈ ਕਿ ਤੁਸੀਂ ਸਿੰਗਲ ਡਿਵੈਲਪਿੰਗ ਯੂਨਿਟ ਉੱਤੇ ਬਣਾ ਸਕਦੇ ਹੋ। ਓਕੇ, ਭਾਵ ਉਹਦੇ ਵਿੱਚ ਬੇਸਮੈਂਟ ਸਵੀਟ ਨਹੀਂ ਬਣ ਸਕਦਾ। ਓਕੇ, ਹੁਣ R2 ਦੇ ਵਿੱਚ ਕਈ ਵਾਰੀ ਸਾਡੇ
ਬਾਇਰ ਵੀ ਜੀ ਤੇ ਸਾਡੇ ਕੁਝ ਰੀਅਲ ਸਟੇਟ ਏਜੰਟ ਵੀ ਇਹ ਸਮਝ ਲੈਂਦੇ ਆ ਕਿ R2 ਦਾ ਮਤਲਬ ਤਾਂ ਜੀ ਤੁਸੀਂ ਆਪਦੀ ਮਰਜ਼ੀ ਨਾਲ ਬਣਾ ਲਓ ਫਟਾਫਟ ਬੇਸਮੈਂਟ ਸਵੀਟ। ਨੋ, R2 ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਸਵੀਟ ਬਣਾ ਲਓ ਤੇ ਉਹ ਆਟੋਮੈਟਿਕਲੀ ਲੀਗਲ ਹੋ ਜਾਊਗਾ। ਤੁਹਾਨੂੰ ਸਟਿਲ ਪ੍ਰੋਸੈਸ ਉਹੀ ਫਾਲੋ ਕਰਨਾ ਪੈਂਦਾ, ਅਪਲਾਈ ਕਰਨਾ ਪਊਗਾ ਸਿਟੀ ਨੂੰ। ਹੁਣ ਤਾਂ ਚਲੋ ਜਦੋਂ ਦਾ ਕਾਉਂਸਲ ਨੇ ਪਾਸ ਕੀਤਾ ਕਿ ਤੁਸੀਂ ਐਗਜ਼ਿਸਟਿੰਗ ਸਵੀਟ ਲੀਗਲ ਕਰਾ ਲਓ, ਹੁਣ ਤਾਂ R1 ਜ਼ੋਨਿੰਗ ਨੂੰ ਵੀ ਉਹ ਚੇਂਜ ਕਰ ਦਿੰਦੇ ਆ, ਜ਼ੋਨਿੰਗ ਚੇਂਜ ਕਰਦੇ ਆ। ਪਰ R2 ਜ਼ੋਨਿੰਗ ਦਾ ਵੀ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਆਟੋਮੈਟਿਕਲੀ ਲੀਗਲ ਸਵੀਟ ਬਣਾ ਸਕਦੇ। ਨੋ, ਤੁਹਾਨੂੰ ਸਟਿਲ ਪ੍ਰੋਸੈਸ ਅਪਲਾਈ ਕਰਨਾ ਪਊਗਾ, ਜਿਹੜੀਆਂ ਉਹਨਾਂ ਦੀਆਂ ਉਹ ਗਾਈਡਲਾਈਨ ਦੇ ਵਿੱਚ ਲੰਘਣਾ ਪਊਗਾ। ਬੇਸਮੈਂਟ ਸਵੀਟ ਜਿਹੜੀਆਂ ਵਿੰਡੋਜ਼ ਹੈ ਈਗ੍ਰੈਸ ਮੀਟ ਕਰਨਾ ਪਊਗਾ, ਉਹ ਜਿਹੜੇ ਸਮੋਕ ਡਿਟੈਕਟਰ ਹੈ ਜਾਂ ਹੋਰ ਸਾਰੇ ਫਾਇਰ ਕੋਡ ਆ ਫਾਲੋ ਕਰਨੇ ਪੈਂਦੇ ਆ। ਜੀ ਸੋ ਸਭ ਇੱਕ ਸਵਾਲ ਮੈਂ ਪੁੱਛਣਾ ਚਾਹਾਂਗਾ, ਸਾਡੇ ਦਰਸ਼ਕ ਜਿਹੜੇ ਕਿ ਕੋਈ ਰੀਅਲ ਸਟੇਟ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋਣ, ਰੀਅਲਟਰ ਬਣਨਾ ਚਾਹੁੰਦੇ ਹੋਣ, ਤੇ ਕਿਹੜੀ ਆਰਗੇਨਾਈਜੇਸ਼ਨ ਹੈ ਜੀ ਜਿਹੜੀ ਇਹ ਲਾਇਸੈਂਸ ਦਿੰਦੀ ਹੈ ਤੇ ਉਹ ਕਿੱਥੇ ਕੰਟੈਕਟ ਕਰ ਸਕਦੇ ਨੇ, ਕਿੱਥੇ ਸੰਪਰਕ ਕਰ ਸਕਦੇ ਨੇ? ਦੇਖੋ, ਆਰਗੇਨਾਈਜੇਸ਼ਨ ਤਾਂ ਕੈਲਗਰੀ ਰੀਅਲ ਸਟੇਟ ਬੋਰਡ ਨੂੰ ਵੀ ਕੰਟੈਕਟ ਕੀਤਾ ਜਾ ਸਕਦਾ। ਸਾਡਾ ਵੈਸੇ ਜਿਹੜੀ ਵੀ ਆਰ ਗਵਰਨਡ ਬਾਈ ਰੀਅਲ ਸਟੇਟ ਕਾਉਂਸਲ ਆਫ ਅਲਬਰਟਾ, ਜਿਹੜੀ ਕਿ ਸੈਮੀ ਗਵਰਨਮੈਂਟ ਬੋਡੀ ਹੈ, ਗਵਰਨਮੈਂਟ ਗਵਰਨ ਕਰਦੀ ਹੈ ਉਹਨੂੰ, ਤੇ ਉਹ ਸਾਰੇ ਜਿਹੜੇ ਕੋਰਸਿਸ ਕਰਵਾਉਂਦੀ ਹੈ। ਉਹੀ ਸਾਡੇ ਲਾਇਸੈਂਸ, ਚਾਹੇ ਉਹ ਰੀਅਲ ਸਟੇਟ ਏਜੰਟ ਹੈ, ਅਪਰੇਜ਼ਰ ਨੇ, ਉਹਨਾਂ ਨੂੰ ਉਹ ਜਿਹੜੇ ਗਵਰਨ ਕਰਦੀ ਹੈ, ਮੌਰਗੇਜ ਬ੍ਰੋਕਰਸ ਨੇ, ਇਹਨਾਂ ਨੂੰ ਗਵਰਨ ਕਰਦੀ ਹੈ। ਲਾਇਸੈਂਸ ਉਹ ਦਿੰਦੇ ਨੇ ਤੇ ਹਰ ਸਾਲ ਰਿਨਿਊ ਹੁੰਦਾ ਲਾਇਸੈਂਸ ਸੈਪਟੈਂਬਰ 29 ਨੂੰ। ਪਲੱਸ ਕੁਝ ਮੈਂਡੇਟਰੀ ਕੋਰਸਿਸ ਹੁੰਦੇ ਨੇ ਜਿਹੜੇ ਤੁਹਾਨੂੰ ਆਪਣੇ ਆਪ ਨੂੰ ਅਪਡੇਟ ਰੱਖਣ ਲਈ ਕਰਨੇ ਪੈਂਦੇ ਨੇ। ਸੋ ਰੀਕਾ ਨੂੰ ਕੰਟੈਕਟ ਕੀਤਾ ਜਾ ਸਕਦਾ, ਕੈਲਗਰੀ ਬੋਰਡ ਰੀਅਲ ਸਟੇਟ ਬੋਰਡ ਤੋਂ ਇਨਫੋਰਮੇਸ਼ਨ ਲੈ ਕੇ ਫਰਦਰ ਕੀਤਾ ਜਾ ਸਕਦਾ। ਜਿਹੜਾ ਤੁਸੀਂ ਹੁਣ ਸਮਝ ਲਓ ਕਿ ਕੈਲਗਰੀ ਬੋਰਡ ਤੋਂ ਤੁਸੀਂ ਲਾਇਸੈਂਸ ਲੈ ਲਿਆ ਜੀ ਰੀਅਲਟਰ ਦਾ, ਬੋਰਡ ਦਾ ਲਾਇਸੈਂਸ ਜਿਹੜਾ ਦੇਣਾ ਹੈ ਉਹ ਤੁਹਾਨੂੰ ਰੀਅਲ ਸਟੇਟ ਕਾਉਂਸਲ ਰੀਕਾ ਨੇ ਦੇਣਾ। ਰੀਕਾ ਨੇ ਤੁਹਾਨੂੰ ਲਾਇਸੈਂਸ ਦੇ ਦਿੱਤਾ। ਹਾਂਜੀ। ਤੇ ਹੁਣ ਜਦੋਂ ਤੁਸੀਂ ਸੇਵਾਵਾਂ ਦੇਣੀਆਂ ਨੇ, ਕੀ ਤੁਸੀਂ ਸਿਰਫ ਕੈਲਗਰੀ ਸ਼ਹਿਰ 'ਚ ਦੇ ਸਕਦੇ ਹੋ ਜਾਂ ਕੈਲਗਰੀ ਦੇ ਨਾਲ ਲੱਗਦੇ ਸ਼ਹਿਰ ਨੇ ਜਿਵੇਂ ਕਿ ਚੈਸਟਰਮੇਰ ਹੈ, ਜੇਕਰ ਕੈਲਗਰੀ ਦਾ ਕੋਈ ਰੀਅਲਟਰ ਹੈ ਕੀ ਉਹ ਐਡਮਿੰਟਨ 'ਚ ਵੀ ਸਰਵਿਸਿਜ਼ ਦੇ ਸਕਦਾ? ਕੀ ਉਹ ਦੂਸਰੇ ਪ੍ਰੋਵਿੰਸ ਨੇ, BC ਹੈ, ਅੰਟਾਰੀਓ ਹੈ, ਕੀ ਉੱਥੇ ਵੀ ਸਰਵਿਸਿਜ਼ ਦੇ ਸਕਦਾ ਜੀ? ਨਹੀਂ, ਕੈਲਗਰੀ ਜਿਹੜਾ ਅਲਬਰਟਾ ਦਾ ਰੀਅਲ ਸਟੇਟ ਏਜੰਟ ਹੈ ਉਹ ਅਲਬਰਟਾ 'ਚ ਕਿਤੇ ਵੀ ਸਰਵਿਸਿਜ਼ ਦੇ ਸਕਦਾ। ਅੱਛਾ ਜੀ। ਹੁਣ ਜੇ ਮੈਂ ਐਜ਼ ਏ ਰੀਅਲ ਸਟੇਟ ਏਜੰਟ ਮੈਂ ਅਲਬਰਟਾ 'ਚ ਕਿਤੇ ਵੀ ਲਾਇਸੈਂਸ ਆਪਣਾ ਜਿਹੜਾ ਰੀਅਲ ਸਟੇਟ ਸਰਵਿਸਿਜ਼ ਦੇ ਸਕਦਾ। ਭਾਵੇਂ ਤੁਸੀਂ ਐਡਮਿੰਟਨ 'ਚ ਘਰ ਸੈਲ ਕਰ ਸਕਦੇ ਹੋ। ਹਾਂਜੀ, ਬਿਲਕੁਲ ਕਰ ਸਕਦਾ ਮੈਂ ਘਰ 'ਚ ਕੋਈ ਬੰਦਾ। ਪਰ ਨਾਰਮਲੀ ਹੁੰਦਾ ਕੀ ਹੈ ਕਿ ਕਿਉਂਕਿ ਇਟਸ ਟਾਈਮ ਕੰਜ਼ਿਊਮਿੰਗ ਹੈ, ਫਿਰ ਤੁਸੀਂ ਪ੍ਰੋਪਰ ਸਰਵ ਨਹੀਂ ਕਰ ਸਕਦੇ। ਤੁਸੀਂ ਆਪਣਾ ਕੋਈ ਰਿਫਰਲ ਕਿਸੇ ਉੱਥੇ ਏਜੰਟ ਨੂੰ ਦੇ ਦਿੰਦੇ ਹੋ, ਕਿਉਂਕਿ ਹੁਣ ਜੇ ਤੁਸੀਂ ਆਓਗੇ ਤੁਸੀਂ ਕਿੰਨੀ ਵਾਰ ਤੁਹਾਨੂੰ ਘਰ ਦਿਖਾਉਣ ਜਾਣਾ ਪਊਗਾ, ਘਰ ਪਸੰਦ ਆਉਂਦਾ ਕਿ ਨਹੀਂ ਆਉਂਦਾ, ਤੁਸੀਂ ਮਾਰਕੀਟ ਨਾਲ ਕਿੰਨੇ ਕੁ ਉੱਥੇ ਇਨਫੋਰਮਡ ਹੈਗੇ ਹੋ। ਉਹ ਕੋਈ ਬਹੁਤਾ ਵਧੀਆ ਡਿਸੀਜ਼ਨ ਨਹੀਂ ਹੁੰਦਾ ਕਿ ਤੁਸੀਂ ਸਾਰੇ ਪਾਸੇ ਭੱਜੇ ਫਿਰੋ। ਤੁਸੀਂ ਆਪਣੇ ਜਿੱਥੇ ਤੁਹਾਡੀ ਮਾਰਕੀਟ ਹੈਗੀ ਉਹ 'ਚ ਕੰਮ ਕਰੋ। ਜੇ ਕੋਈ ਤੁਹਾਡੇ ਕੋਲੇ ਕਲਾਇੰਟ, ਮੇਰੇ ਕੋਲੇ ਹੁਣ ਬਹੁਤ ਸਾਰੇ ਟੋਰਾਂਟੋ ਤੋਂ ਰਿਫਰਲ ਆ ਜਾਂਦੇ ਨੇ, ਰਾਈਟ। ਜੇ ਮੈਨੂੰ ਕੋਈ ਆਉਂਦਾ, ਮੈਂ ਕਿਸੇ ਨੂੰ ਟੋਰਾਂਟੋ ਰਿਫਰਲ ਭੇਜ ਸਕਦਾ ਕਿ ਉੱਥੇ ਰੀਅਲਟਰ ਨੂੰ ਕਹਿ ਸਕਦਾ ਭਾਈ ਤੂੰ ਆ ਮੇਰਾ ਕਲਾਇੰਟ ਆ ਰਿਹਾ, ਲੁੱਕ ਆਫਟਰ ਕਰ ਲਾ। ਉਹਦੇ ਵਿੱਚ ਤੁਹਾਨੂੰ ਰਿਫਰਲ ਫੀ ਮਿਲਦੀ ਹੈ, ਲੀਗਲ ਹੈ ਜਿਹੜੀ ਕਿ ਉਹ ਜਿਹੜਾ ਲਿਸਟਿੰਗ ਸੈਲ ਕਰਦਾ ਬੰਦਾ, ਉਹ ਬਾਇਰ ਨੂੰ ਲੁੱਕ ਆਫਟਰ ਕਰਦਾ, ਤੁਹਾਨੂੰ ਉਹ 'ਚੋਂ ਪੈਸੇ ਦਿੰਦਾ, ਰਾਈਟ। ਸੋ ਕਲਾਇੰਟ ਵੀ ਪ੍ਰੋਪਰ ਸਰਵ ਹੋ ਜਾਂਦਾ ਤੇ ਤੁਹਾਨੂੰ ਵੀ ਤੁਹਾਡਾ ਟਾਈਮ ਨਹੀਂ ਵੇਸਟ ਹੁੰਦਾ। ਪਰ ਜੇ ਤੁਸੀਂ ਹੁਣ BC 'ਚ ਕਰਨਾ ਹੈ ਤਾਂ ਫਿਰ BC ਦਾ ਵੀ ਤੁਹਾਨੂੰ ਲਾਇਸੈਂਸ ਨਾਲ ਲੈਣਾ ਪਊਗਾ। ਉਹ ਕੁਛ ਔਖਾ ਨਹੀਂ ਹੈਗਾ। ਜੇ ਤੁਸੀਂ ਇੱਥੇ ਏਜੰਟ ਹੈਗੇ ਹੋ ਤਾਂ ਤੁਸੀਂ ਇੱਥੋਂ ਵਾਲਾ ਤੁਹਾਡਾ ਸਾਰਾ ਜਿਹੜਾ ਉਹ ਰੀਅਲ ਸਟੇਟ ਕਾਉਂਸਲ ਤੋਂ ਮੰਗਵਾ ਲੈਂਦੇ ਨੇ, ਤੁਹਾਡਾ ਜੋ ਵੀ, ਪਰ ਲਾਇਸੈਂਸ ਵੱਖਰਾ ਲੈਣਾ ਪੈਂਦਾ। ਹਾਂਜੀ, ਬਿਲਕੁਲ। ਠੀਕ ਹੈ ਜੀ। ਅਖੀਰ ਦੇ ਵਿੱਚ ਸਿੱਧੂ ਸਾਹਿਬ, ਅਸੀਂ ਕੋਈ ਹੋਰ ਗੱਲ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋ ਤੇ ਆਪਣਾ ਨੰਬਰ ਜ਼ਰੂਰ ਦੱਸ ਦਿਓ ਜੀ, ਜੇਕਰ ਤੁਹਾਨੂੰ ਕੋਈ ਸੰਪਰਕ ਕਰਨਾ ਚਾਹਵੇ ਤੇ ਕਿੱਥੇ ਕੰਟੈਕਟ ਕਰ ਸਕਦਾ ਹੈ ਜੀ? ਦੇਖੋ, ਮੇਰਾ ਕੰਟੈਕਟ ਨੰਬਰ ਤਾਂ ਬੜਾ ਸੌਖਾ ਜਿਹਾ, ਖਾਸ ਕਰਕੇ ਕੈਲਗਰੀ ਵਾਲਿਆਂ ਨੂੰ ਤਾਂ ਪਤਾ ਹੈ ਕਿ ਨਾਰਥ ਈਸਟ ਵਿੱਚ ਖਾਸ ਕਰਕੇ ਬੱਸ ਬੈਂਚਸ 'ਤੇ ਮੇਰੀ ਫੋਟੋ ਲੱਗੀ ਹੋਈ ਹੈ। 403 560 63 100 403560 6300 ਮੇਰਾ ਨੰਬਰ ਹੈ। ਬਾਕੀ ਗੱਲਾਂ ਬਾਤਾਂ ਕਾਫੀ ਹੋ ਗਈਆਂ ਨੇ ਮੇਰੇ ਖਿਆਲ, ਪਰ ਫਿਰ ਵੀ ਜੇ ਕਿਸੇ ਕਿਸਮ ਦੀ ਕੋਈ ਹੈਲਪ ਦੀ ਲੋੜ ਹੋਵੇ, ਈਵਨ ਮੇਰੇ ਰੀਅਲਟਰ ਦੋਸਤ ਆ ਬਹੁਤ ਸਾਰੇ ਮੈਨੂੰ ਫੋਨ ਕਰਦੇ ਵੀ ਰਹਿੰਦੇ ਨੇ। ਕਿਸੇ ਵੀ ਤੁਸੀਂ ਕੰਪਨੀ ਨਾਲ ਕੰਮ ਕਰਦੇ ਹੋ, ਜੇ ਤੁਹਾਨੂੰ ਕੋਈ ਲੱਗਦਾ ਕਿ ਮੈਂ ਤੁਹਾਡੀ ਹੈਲਪ ਕਰ ਸਕਦਾ ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਕਿਉਂਕਿ ਬਿਫੋਰ ਯੂ ਪੁੱਟ ਯੂਰਸੈਲਫ ਇਨ ਟਰਬਲ, ਕਿਉਂਕਿ ਇਹ ਪ੍ਰੋਫੈਸ਼ਨ ਬਹੁਤ ਸਾਡੇ ਤੇ ਨਿਗਾਹ ਰੱਖੀ ਜਾਂਦੀ ਹੈ ਰੀਅਲ ਸਟੇਟ ਬੋਰਡ ਵੱਲੋਂ ਵੀ, ਰੀਅਲ ਸਟੇਟ ਕਾਉਂਸਲ ਵੱਲੋਂ ਵੀ। ਤੇ ਕੋਈ ਵੀ ਤੁਸੀਂ ਜੇ ਤੁਹਾਨੂੰ ਨਹੀਂ ਪਤਾ, ਆਪਣੇ ਬ੍ਰੋਕਰ ਨੂੰ ਪਹਿਲਾਂ ਤਾਂ ਗੱਲ ਕਰੋ। ਜੇ ਬ੍ਰੋਕਰ ਕਈ ਵਾਰੀ ਵੱਡੀਆਂ ਕੰਪਨੀਆਂ ਨਹੀਂ ਮਿਲਦੇ, ਮੈਨੂੰ ਬਹੁਤ ਸਾਰੇ ਰੀਅਲਟਰਾਂ ਦੇ ਫੋਨ ਆ ਜਾਂਦੇ, ਮੈਂ ਵਿਦਆਊਟ ਹੈਜ਼ੀਟੇਸ਼ਨ ਹੈਲਪ ਕਰਦਾ। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਲੋੜ ਹੈ ਹੈਲਪ ਦੀ ਤਾਂ ਮੈਥੋਂ ਤੁਸੀਂ ਹੈਲਪ ਲੈ ਸਕਦੇ ਹੋ। ਆਉਣ ਵਾਲੇ ਸਮੇਂ 'ਚ ਆਪਾਂ ਹੋਰ ਗੱਲਬਾਤਾਂ ਕਰਦੇ ਰਹਾਂਗੇ ਜੀ। ਸਿੱਧੂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਤੋਂ ਸਾਡੇ ਦਰਸ਼ਕ ਜਿਹੜੇ ਨੇ ਫਾਇਦਾ ਲੈ ਸਕਣਗੇ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਬਹੁਤ ਬਹੁਤ। ਇੱਕ ਵਾਰੀ ਫੇਰ ਸਾਰੇ ਪੰਜਾਬੀ ਨੈਸ਼ਨਲ TV ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ।
ਜੀ